ਇੰਦਰ ਵੀਰ ਨੇ ਇੱਕ ਉਪਦੇਸ਼ ਦਿੱਤਾ ਹੈ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸਹੀ ਹੈ। ਜਲ ਮਹਿ ਜੰਤ ਉਪਾਇਨ, ਤਿਨਾ ਪੀ ਰੋਜੀ ਦੇ। ਹੇ ਨਾਨਕ, ਸ੍ਰੀ ਗੁਰੂ ਅੰਗਦ ਦੇਵ ਜੀ ਦੇ ਰੂਪ ਵਿੱਚ ਗੁਰੂ ਨਾਨਕ ਸਾਹਿਬ ਆਖ ਰਹੇ ਹਨ ਕਿ ਆਪਣੀ ਰੋਜੀ ਰੋਟੀ ਲਈ ਫਿਕਰ ਚਿੰਤਾ ਨਾ ਕਰੋ। ਇਹ ਫਿਕਰ ਉਸ ਪ੍ਰਭੂ ਨੂੰ ਆਪ ਹੀ ਹੈ। ਉਸ ਨੇ ਪਾਣੀ ਵਿੱਚ ਜੀਵ ਪੈਦਾ ਕੀਤੇ ਹਨ, ਉਹਨਾਂ ਨੂੰ ਵੀ ਰਿਜ਼ਕ ਦਿੰਦਾ ਹੈ। ਇਹ ਉਪਦੇਸ਼ ਦੇ ਭਾਵ ਨੂੰ ਤੁਸੀਂ ਆਪਣੇ ਜੀਵਨ ਦੇ ਵਿੱਚ ਢਾਲ ਲਿਆ ਹੈ। ਮੈਂ ਤੁਹਾਨੂੰ ਪੁੱਛਦਾ, ਤੁਸੀਂ ਸੋਚਣੋਂ ਹਟ ਗਏ ਹੋ? ਅਗਰ ਨਹੀਂ ਹਟੇ ਹੋ ਸੋਚਣੋਂ, ਤੇ ਉਪਦੇਸ਼ ਕਿਉਂ ਦੇ ਰਹੇ ਹੋ? ਇਹੋ ਹੀ ਬਿਮਾਰੀ ਹੈ ਜ਼ਿਆਦਾਤਰ ਧਾਰਮਿਕ ਲੋਕਾਂ ਨੂੰ। ਖਿਆਲ ਵਿੱਚ ਰੱਖੋ, ਇਹ ਬਹੁਤ ਵੱਡੀ ਬਿਮਾਰੀ ਹੈ। ਜਿੰਨੀ ਬੰਦਾ ਵਿਚਾਰ ਕਰਦਾ ਹੈ, ਵਿਚਾਰ ਤਲ ਤੇ ਸਮਝ ਲੈਂਦਾ ਹੈ, ਤੇ ਸੋਚ ਲੈਂਦਾ ਮੈਂ ਸਮਝ ਲਈ। ਇਹ ਸਮਝੀ ਹੋਈ ਥੋੜੀ ਹੈ, ਤੇ ਵਿਚਾਰ ਦੇ ਤਲ ਤੇ ਹੈ, ਤੇ ਕਿੰਨਾ ਕੁ ਚਿਰ ਯਾਦ ਰਹੇਗੀ? ਇਹ 'ਚ ਜਿੰਨਾ ਚਿਰ ਤੁਸੀਂ ਵਿਚਾਰਦੇ ਹੋ ਉਹਨਾਂ ਚਿਰ ਹੀ ਯਾਦ ਰਹਿੰਦੀ ਹੈ। ਫਿਰ ਹੋਰ ਗੱਲ ਵਿਚਾਰ ਲੱਗ ਜਾਂਦੇ ਹੋ, ਮਨ ਦੇ ਵਿੱਚ ਆ ਜਾਂਦੀ, ਫਿਰ ਭੁੱਲ ਜਾਂਦੀ। ਤੇ ਉਪਦੇਸ਼ਾਂ ਨੂੰ ਵਿਚਾਰ ਦੇ ਤਲ ਤੇ ਥੋੜੀ ਵਿਚਾਰਨਾ ਹੈ, ਤੇ ਵਿਚਾਰ ਦੇ ਤਲ ਤੇ ਸਮਝਿਆ ਹੋਇਆ ਥੋੜੀ ਹੈ ਗਿਆਨ ਵੀ ਦੂਸਰਿਆਂ ਨੂੰ ਵੰਡਣ ਲੱਗ ਪਏ ਤੁਹਾਨੂੰ ਹੋ ਗਏ। ਇੱਦਾਂ ਤੇ ਧਾਰਮਿਕ ਲੋਕ ਕਰ ਰਹੇ ਹਨ, ਇੱਦਾਂ ਪ੍ਰਚਾਰਕ ਕਰ ਰਹੇ ਹਨ, ਇੱਦਾਂ ਹੀ ਕਥਾਵਾਚਕ ਕਰ ਰਹੇ ਹਨ। ਇਹ ਬਿਮਾਰੀ ਅੱਜ ਦੀ ਥੋੜੀ ਹੈ, ਪੁਰਾਣੇ ਸਮੇਂ 'ਚ ਪੰਡਤ ਵੀ ਇੱਦਾਂ ਹੀ ਕਰਦੇ ਸਨ। ਵਿਚਾਰ ਦੇ ਤਲ ਤੇ ਸਮਝ ਲਈ ਕੋਈ ਗੱਲ, ਸੋਚ ਲਈ, ਉਹ ਦੂਸਰਿਆਂ ਨੂੰ ਦੱਸਣ ਲੱਗ ਜਾਣਾ। ਇੱਦਾਂ ਹੀ ਆ ਪਹਿਲੇ ਗਰੁੱਪ ਦੇ ਵਿੱਚ ਇੱਕ ਪਰਮਜੀਤ ਨੇ ਕੁਝ ਪੰਕਤੀਆਂ ਭੇਜੀਆਂ ਹਨ ਲਿਖ ਕੇ। ਸਿਰਫ ਵਿਚਾਰ ਦੇ ਤਲ ਤੇ ਹੀ ਹੈ। ਹੁਣ ਤੁਸੀਂ ਸੰਸਾਰ ਨੂੰ ਛੱਡ ਥੋੜੀ ਰਹੇ ਹੋ। ਹੁਣ ਜੋ ਪੰਕਤੀਆਂ ਦੇ ਵਿੱਚ ਲਿਖਿਆ ਹੈ, ਵਾਸਤਵਿਕ ਦੇ ਵਿੱਚ ਤੁਸੀਂ ਕਰ ਥੋੜੀ ਰਹੇ ਹੋ। ਤੁਸੀਂ ਦੂਸਰਿਆਂ ਨੂੰ ਦੱਸਣ ਲੱਗ ਜਾਂਦੇ ਹੋ। ਵੀ ਇਹ ਵਿਚਾਰ ਬੜਾ ਵਧੀਆ ਹੈ, ਦੇਖੋ ਕਿੱਡਾ ਵਧੀਆ ਉਪਦੇਸ਼ ਦਿੱਤਾ ਹੈ, ਕਿੱਡਾ ਵਧੀਆ ਲਿਖਿਆ ਹੈ। ਬਸ ਥੋੜੀ ਦੇਰ ਬਾਅਦ ਤੁਹਾਨੂੰ ਭੁੱਲ ਭੱਲ ਜਾਂਦਾ ਹੈ, ਹੋਰ ਖਿਆਲ ਆਉਣੇ ਸ਼ੁਰੂ ਹੋ ਜਾਂਦੇ ਹਨ। ਆਦਮੀ ਕਾਰੋਬਾਰਾਂ ਵੱਲ ਸੋਚਣ ਲੱਗ ਜਾਂਦਾ ਹੈ। ਕਿੰਨਾ ਚਿਰ ਸੋਚੂਗਾ ਇਹਨਾਂ ਸ਼ਬਦਾਂ ਨੂੰ, ਇਹਨਾਂ ਵਿਚਾਰਾਂ ਨੂੰ? ਫਿਰ ਦੂਸਰੀ ਗੱਲ ਹੈ, ਅਗਰ ਤੁਸੀਂ ਸੋਚਣ ਵੀ ਲੱਗ ਜਾਓ, ਫਿਰ ਵੀ ਵਿਚਾਰ ਹੀ ਜ਼ਿਆਦਾ ਵਧਣਗੇ। ਇਹੋ ਸਮੱਸਿਆ ਜੋ ਕਿ ਸਮੇਂ 'ਚ ਆ ਰਹੀ ਹੈ, ਤੁਸੀਂ ਗੱਲ ਸਮਝ ਨਹੀਂ ਰਹੇ ਹੋ ਬਹੁਤੇ ਸਰੋਤੇ। ਖਿਆਲ ਰੱਖੋ, ਅਜੋਕੇ ਸਮੇਂ 'ਚ ਸ਼ਬਦ ਵੱਧ ਰਹੇ ਹਨ। ਪੁਰਾਣੇ ਸਮੇਂ 'ਚ ਬਾਬੇ ਨਾਨਕ ਦੇਵ ਜੀ ਦੇ ਸਮੇਂ 'ਚ ਇੰਨੇ ਸ਼ਬਦ ਨਹੀਂ ਸਨ। ਬਲਕਿ ਜਿਹੜਾ ਸਿੱਧਾ ਸਾਦਾ ਆਪਣਾ ਕਾਰੋਬਾਰ ਕਰਦਾ ਸੀ, ਧੰਦਾ ਕਰਦਾ ਸੀ, ਬਹੁਤਾ ਸੋਚਦਾ ਨਹੀਂ ਸੀ, ਵਿਚਾਰਦਾ ਨਹੀਂ ਸੀ, ਸ਼ਬਦਾਂ ਦੇ ਤਲ ਤੇ ਉਲਝਿਆ ਨਹੀਂ ਸੀ। ਇਸ ਕਰਕੇ ਉਹਨੂੰ ਸਹਿਜ ਸੀ ਸ਼ਾਂਤ ਹੋਣਾ। ਤੇ ਸ਼ਬਦ ਤੇ ਵੱਧਦੇ ਜਾਂਦੇ ਹਨ। ਜਿਵੇਂ ਜਿਵੇਂ ਸੰਸਾਰ ਦਾ ਵਿਕਾਸ ਹੋ ਰਿਹਾ ਹੈ ਨਾ, ਖਿਆਲ ਵਿੱਚ ਰੱਖੋ, ਤਿਵੇਂ ਤਿਵੇਂ ਸ਼ਬਦ ਵਧੀ ਜਾਂਦੇ ਹਨ। ਉਸ ਸਮੇਂ ਨਾਲੋਂ ਹੁਣ ਤੁਸੀਂ ਸੋਚੋ, ਖਿਆਲ ਕਰੋ, ਕਿੰਨੀ ਸ਼ਬਦਾਵਲੀ ਸੰਸਾਰ ਦੇ ਵਿੱਚ ਵਧੀ ਹੈ। ਫਿਰ ਸੰਸਾਰ 'ਚ ਹੀ ਵੱਧ ਨਹੀਂ ਰਹੇ ਹਨ ਸ਼ਬਦ, ਧਾਰਮਿਕ ਜਗਤ ਦੇ ਵਿੱਚ ਵੀ ਸ਼ਬਦ ਬਹੁਤ ਵੱਧ ਰਹੇ ਹਨ। ਕਿੰਨੇ ਸ਼ਾਸਤਰ ਰੋਜ਼ ਹੀ ਪੈਦਾ ਹੋ ਰਹੇ ਹਨ, ਧਾਰਮਿਕ ਜਗਤ 'ਚ ਲਿਖੇ ਜਾ ਰਹੇ ਹਨ।
ਲਿਖ ਰਹੇ ਹਨ ਗਾਹਾਂ ਤੋਂ ਗਾਹਾਂ ਲਿਖਾਰੀ। ਕਿੰਨੇ ਧਾਰਮਿਕ ਗ੍ਰੰਥ ਹਨ, ਪੁਰਾਣੇ ਲਿਖੇ ਹੋਏ ਨਹੀਂ ਮੁੱਕਦੇ ਹਨ। ਅਗਰ ਤੁਸੀਂ ਪੜ੍ਹਨਾ ਚਾਹੋ ਸਾਰਿਆਂ ਨੂੰ, ਕਈ ਕਹਿੰਦੇ ਹਨ ਅਸੀਂ ਖੋਜ ਕਰਨੀ ਹੈ ਸਾਰੇ ਧਰਮਾਂ ਦੀ, ਖੋਜ ਕਰ ਨਹੀਂ ਸਕਦੇ ਆ। ਸਾਰੀ ਜ਼ਿੰਦਗੀ ਵੀ ਗ੍ਰੰਥ ਪੜ੍ਹਦੇ ਰਹਿਣ ਨਾ ਤਾਂ ਵੀ ਨਹੀਂ ਮੁੱਕਦੇ ਹਨ। ਬਹੁਤ ਗ੍ਰੰਥ ਹਨ ਹਰ ਧਰਮ ਕੋਲ, ਵੱਡੀਆਂ ਵੱਡੀਆਂ ਲਾਇਬ੍ਰੇਰੀਆਂ ਭਰੀਆਂ ਪਈਆਂ ਹਨ। ਹਜ਼ਾਰਾਂ ਲੱਖਾਂ ਹੀ ਗ੍ਰੰਥ ਹਨ। ਫਿਰ ਪੜ੍ਹ ਪੜ੍ਹ ਕੇ ਖਿਆਲ ਵਿੱਚ ਰੱਖਿਓ, ਇਹ ਵਿਚਾਰ ਦੇ ਤਲ ਤੇ ਰਹਿੰਦੀ ਹੈ ਗੱਲ। ਇਸ ਕਰਕੇ ਪੜ੍ਹਨ ਨੂੰ ਨਹੀਂ ਕਿਹਾ ਹੈ ਉਪਦੇਸ਼ ਨੂੰ, ਨਾ ਵਿਚਾਰਨ ਨੂੰ ਕਿਹਾ ਹੈ, ਸਮਝਣ ਨੂੰ ਕਿਹਾ ਹੈ। ਜੇ ਕੋ ਖਾਵੇ ਜੇ ਕੋ ਪੁੰਚੇ ਤਿਸਕਾ ਹੋਏ ਉਧਾਰ। ਭਾਵ ਕਿ ਰੋਟੀ ਤੁਸੀਂ ਮੂੰਹ ਦੇ ਵਿੱਚ ਹੀ ਘੁਮਾਈ ਜਾਓ ਤੇ ਬਾਹਰ ਕੱਢ ਦਿਓ ਤੇ ਸਰੀਰ ਪੁਸ਼ਟ ਥੋੜ੍ਹੀ ਹੋ ਜਾਵੇਗਾ। ਪਾਣੀ ਨੂੰ ਮੂੰਹ ਚੋਂ ਪਾ ਕੇ ਬਾਹਰ ਕੱਢੀ ਜਾਓ ਅੰਦਰ ਦੀ ਪਿਆਸ ਥੋੜ੍ਹੀ ਬੁੱਝ ਜਾਵੇਗੀ। ਅੰਦਰ ਜਾਣਾ ਚਾਹੀਦਾ ਨਾ, ਸਰੀਰ ਦਾ ਅੰਗ ਬਣਨਾ ਚਾਹੀਦਾ ਪਾਣੀ। ਸਾਰੇ ਸਰੀਰ 'ਚ ਫੈਲੇਗਾ ਪਾਣੀ ਤਾਂ ਹੀ ਤ੍ਰਿਪਤੀ ਮਿਲਦੀ ਹੈ। ਇਵੇਂ ਹੀ ਇਹ ਉਪਦੇਸ਼ ਜਿਹੜੇ ਹਨ ਨਾ, ਵਿਚਾਰ ਦੇ ਤਲ ਤੇ ਹੀ ਅਗਰ ਤੁਸੀਂ ਸੋਚਦੇ ਰਹੋਗੇ ਵਿਚਾਰ ਵਧਣਗੇ। ਇਵੇਂ ਹੀ ਧਾਰਮਿਕ ਲੋਕਾਂ ਦੇ ਵਿਚਾਰ ਵੱਧ ਰਹੇ ਹਨ, ਤੁਸੀਂ ਖਿਆਲ ਨਹੀਂ ਕਰ ਰਹੇ ਹੋ। ਇਹੋ ਹੀ ਵਾਰ-ਵਾਰ ਕਿਹਾ ਜਾ ਰਿਹਾ ਹੈ। ਕਿਉਂਕਿ ਇੱਕ ਅਜੋਕੇ ਸਮੇਂ ਦੇ ਵਿੱਚ ਇੱਕ ਆਹ ਜੋ ਸੋਸ਼ਲ ਮੀਡੀਆ ਹੈ ਨਾ, ਇਹਦੇ 'ਤੇ ਧਾਰਮਿਕ ਲੋਕ ਬਹੁਤ ਇਹੋ ਜਿਹੇ ਉਪਦੇਸ਼ ਲਿਖ ਲਿਖ ਕੇ ਪਾ ਰਹੇ ਹਨ। ਬਹੁਤ ਇੱਕ ਦੂਸਰੇ ਨੂੰ ਭੇਜਦੇ ਹਨ। ਬਸ ਮਾੜਾ ਜਿਹਾ ਪੜ੍ਹਿਆ ਦੂਸਰੇ ਨੂੰ ਭੇਜਤਾ ਵੀ ਆਪਣੇ ਅੰਦਰ ਕਚਰਾ ਗਿਆ, ਫਿਰ ਦੂਸਰੇ ਦੇ ਅੰਦਰ ਜਾਵੇਗਾ। ਤੇ ਇੱਕ ਦੂਸਰੇ ਨੂੰ ਲਿਖ ਲਿਖ ਕੇ ਇਹੋ ਜਿਹੀਆਂ ਪੰਕਤੀਆਂ ਬਹੁਤ ਭੇਜਦੇ ਹਨ। ਹੁਣ ਜਿਨ੍ਹਾਂ ਦੇ ਉਪਦੇਸ਼ਾਂ ਵਿੱਚੋਂ ਆਹ ਪੰਕਤੀਆਂ ਲਿਖ ਭੇਜੀਆਂ ਹਨ, ਇਹਨਾਂ ਦੇ ਸੰਨਿਆਸੀਆਂ ਦਾ ਵੀ ਇਹੋ ਹਾਲ ਹੈ। ਉਹਨਾਂ ਨੂੰ ਬਹੁਤ ਯਾਦ ਹੈ ਕਿਉਂਕਿ ਸੁਣਦੇ ਰਹਿੰਦੇ ਹਨ, ਪੜ੍ਹਦੇ ਰਹਿੰਦੇ ਹਨ। ਤੇ ਹਰ ਸਮੱਸਿਆ ਦਾ ਹੀ ਸਮਾਧਾਨ ਦੱਸ ਦਿੰਦੇ ਹਨ। ਬਹੁਤ ਕੁਛ ਯਾਦ ਹੈ ਉਹਨਾਂ ਨੂੰ। ਵਿਚਾਰ ਦੇ ਤਲ ਤੇ ਤੁਸੀਂ ਉਹਨਾਂ ਨਾਲ ਅਗਰ ਜਿੱਤਣਾ ਚਾਹੋ ਨਾ, तो वैसे ही हैं जैसे पुराने समय 'ਚ ਪੰਡਤ ਸਨ। ਹੁਣ ਵੀ ਪੰਡਤ ਦਾ ਅਰਥ ਹੁੰਦਾ ਹੈ ਜਿਨ੍ਹੇ ਬਹੁਤ ਸਾਰੇ ਸ਼ਾਸਤਰ ਪੜ੍ਹ ਲਏ ਹਨ, ਵਿਚਾਰ ਲਏ ਹਨ, ਸਮਝ ਲਏ ਹਨ। ਦਿਮਾਗ ਦੇ ਤਲ ਤੇ, ਬੁੱਧੀ ਦੇ ਤਲ ਤੇ ਚੁੰਚ ਗਿਆਨ ਉਹਨੂੰ ਹੋ ਗਿਆ ਹੈ। ਹੁਣ ਉਹ ਦੂਸਰਿਆਂ ਨੂੰ ਵੰਡ ਰਿਹਾ ਹੈ। ਇੱਦਾਂ ਹੀ ਕਰ ਰਹੇ ਹਨ ਇਹਨਾਂ ਦੇ ਸੰਨਿਆਸੀ ਵੀ। ਉਹਨਾਂ ਦੇ ਹੀ ਕਿਤਾਬਾਂ 'ਚੋਂ ਪੜ੍ਹ ਕੇ, ਉਹਨਾਂ ਨੂੰ ਸੁਣ ਕੇ ਤੇ ਗਾਂ ਦੱਸੀ ਜਾਂਦੇ ਆ ਤੇ ਵਿਚਾਰ ਇਹਦੇ ਨਾਲ ਜ਼ਿਆਦਾ ਭਰ ਰਹੇ ਆ। ਜਿੰਨੇ ਤੁਸੀਂ ਵਿਚਾਰੋਗੇ, ਦਰਅਸਲ ਤੁਸੀਂ ਸੋਚਦੇ ਹੋ। ਆਮ ਧਾਰਮਿਕ ਕਹਿੰਦੇ ਵੀ ਹਨ ਕਿ ਸੰਸਾਰ ਦੇ ਵਿਚਾਰ ਬੁਰੇ ਹਨ। ਸੰਸਾਰ 'ਚ ਵੀ ਦੋ ਢੰਗ ਦੇ ਲੋਕ ਹਨ। ਇੱਕ ਕਹਿੰਦੇ ਹਨ ਬੁਰੇ ਵਿਚਾਰ, ਇੱਕ ਕਹਿੰਦੇ ਹਨ ਚੰਗੇ ਵਿਚਾਰ। ਕਹਿੰਦੇ ਹਨ ਬੁਰਾ ਬੁਰਾ ਨਾ ਸੋਚੋ, ਚੰਗਾ ਚੰਗਾ ਸੋਚੋ, ਨੈਗੇਟਿਵ ਨਾ ਸੋਚੋ, ਪੋਜ਼ੀਟਿਵ ਸੋਚੋ। ਇੱਦਾਂ ਕਹਿੰਦੇ ਹਨ ਨਾ ਸਮਾਜਿਕ ਲੋਕ, ਸੰਸਾਰਿਕ ਲੋਕ। ਧਾਰਮਿਕ ਲੋਕ ਕਹਿੰਦੇ ਹਨ ਨਹੀਂ, ਧਾਰਮਿਕ ਸੋਚੋ। ਪਰ ਸੋਚ ਸੋਚ ਹੈ, ਖਿਆਲ ਵਿੱਚ ਰੱਖੋ। ਵਿਚਾਰ ਵਿਚਾਰ ਹਨ। ਅਗਰ ਤੁਸੀਂ ਸੰਸਾਰ ਦੇ ਵਿਚਾਰ ਨਹੀਂ ਚੱਲ ਰਹੇ ਹਨ ਤੁਹਾਡੇ ਅੰਦਰ, ਤੁਸੀਂ ਸੋਚਦੇ ਹੋ ਵੀ ਧਾਰਮਿਕ ਵਿਚਾਰ ਹਨ, ਅਸੀਂ ਧਾਰਮਿਕ ਹੋ ਗਏ ਹਨ, ਇੱਦਾਂ ਹੀ ਖਿਆਲ ਕਰ ਰਹੇ ਹਨ ਧਾਰਮਿਕ ਲੋਕ।
ਉਹ ਸੋਚ ਲੈਂਦੇ ਹਨ ਸਾਡੇ ਅੰਦਰ ਧਾਰਮਿਕ ਵਿਚਾਰ ਹਨ। ਦੇਖੋ ਧਾਰਮਿਕ ਸੋਚ ਚੱਲ ਰਹੀ ਹੈ, ਕਈ ਕਥਾਵਾਚਕ ਪ੍ਰਚਾਰਕ, ਹੁਣ ਉਹਨਾਂ ਨੂੰ ਪ੍ਰਚਾਰ ਕਰਨਾ ਪੈਂਦਾ, ਸੋਚਣਾ ਤੇ ਪੈਂਦਾ ਹੈ। ਧਾਰਮਿਕ ਸ਼ਬਦ ਹੀ ਸੋਚਣਗੇ ਨਾ, ਤਾਂ ਉਹ ਸੋਚ ਲੈਂਦੇ ਹਨ ਸਾਨੂੰ ਗਿਆਨ ਹੋ ਗਿਆ, ਧਾਰਮਿਕ ਵਿਚਾਰ ਚੱਲ ਰਹੇ ਹਨ, ਅਸੀਂ ਸਿੱਖ ਹੋ ਗਏ। ਦੇਖੋ ਸੋਚ ਹੀ ਬਦਲ ਗਈ ਸਾਡੀ, ਧਾਰਮਿਕ ਸੋਚ ਹੋ ਗਈ, ਅਸੀਂ ਧਾਰਮਿਕ ਹੋ। ਸਿਰਫ ਧਾਰਮਿਕ ਹੀ ਹੋਏ, ਜਿਹੜੀ ਸੋਚ ਚੱਲ ਰਹੀ ਹੈ ਉਹ ਹੀ ਤੁਸੀਂ ਹੋਏ। ਇਹੋ ਹੀ ਮੈਂ ਕਹਿਣਾ ਹਨ। ਸਿੱਖੀ ਦੀ ਵਿਚਾਰਧਾਰਾ ਚੱਲ ਰਹੀ ਹੈ ਤੇ ਤੁਸੀਂ ਸਿੱਖ ਹੋਗੇ। ਕਿਸੇ ਹਿੰਦੂ ਦੀ ਵਿਚਾਰਧਾਰਾ ਚੱਲ ਰਹੀ ਹੈ ਤੇ ਤੁਸੀਂ ਹਿੰਦੂ ਹੋਗੇ। ਬ੍ਰਾਹਮਣ ਦੀ ਚੱਲ ਰਹੀ ਹੈ, ਬ੍ਰਾਹਮਣ ਹੋਗੇ। ਮੌਲਵੀ ਦੀ ਚੱਲ ਰਹੀ ਹੈ, ਮੌਲਵੀ ਹੋਗੇ। ਵਿਚਾਰਧਾਰਾ ਕਰਕੇ ਤੁਸੀਂ ਜੋ ਵਿਚਾਰਧਾਰਾ ਚੱਲ ਰਹੀ ਹੈ ਉਹੀ ਹੋਗੀ। ਵਿਚਾਰਧਾਰਾ ਤੋਂ ਮੁਕਤ ਹੋਣਾ ਹੈ। ਫਿਰ ਖਿਆਲ ਇਹ ਰੱਖਣ ਵਾਲੀ ਗੱਲ ਹੈ ਵੀ ਮਾੜੇ ਵਿਚਾਰਾਂ ਤੋਂ ਤੇ ਸਾਰੇ ਹੀ ਮੁਕਤ ਹੋਣਾ ਚਾਹੁੰਦੇ ਹਨ, ਪਰ ਚੰਗੇ ਵਿਚਾਰਾਂ ਤੋਂ ਕੋਈ ਮੁਕਤ ਨਹੀਂ ਹੋਣਾ ਚਾਹੁੰਦਾ ਹੈ। ਇਹ ਜ਼ਿਆਦਾ ਘਾਤਕ ਹਨ, ਖਿਆਲ ਵਿੱਚ ਰੱਖੋ। ਬੁਰੇ ਵਿਚਾਰਾਂ ਤੋਂ ਤੇ ਆਦਮੀ ਛੁੱਟਣਾ ਹੀ ਚਾਹੁੰਦਾ ਹੈ ਵੀ ਮੈਂ ਬੁਰੇ ਖਿਆਲ ਕਰਦਾ, ਬੁਰੀ ਸੋਚ ਆਉਂਦੀ ਹੈ। ਆਦਮੀ ਨੂੰ ਉੱਦਾਂ ਨਹੀਂ ਚੰਗਾ ਲੱਗਦਾ, ਕਿਉਂ ਸੋਚੀ ਜਾਂਦਾ ਬੁਰਾ। ਹੁਣ ਉਮਰ ਕਿੰਨੀ ਹੋ ਗਈ ਹੈ, ਫਿਰ ਸੋਚੀ ਜਾਂਦਾ ਇਹੋ ਜਿਹੀਆਂ ਗੱਲਾਂ। ਛੁੱਟਣਾ ਚਾਹੁੰਦਾ ਹੈ, ਪਰ ਬੁਰੇ ਤੋਂ ਵੀ ਛੁੱਟਣਾ ਔਖਾ ਹੈ। ਪਰ ਧਾਰਮਿਕ ਵਿਚਾਰਾਂ ਤੋਂ, ਸ਼ੁਭ ਵਿਚਾਰਾਂ ਤੋਂ ਛੁੱਟਣਾ ਹੋਰ ਵੀ ਔਖਾ ਹੈ, ਕਿਉਂਕਿ ਸ਼ੁਭ ਵਿਚਾਰਾਂ ਦੇ ਨਾਲ ਤੁਹਾਡਾ ਅਹੰਕਾਰ ਵੀ ਤ੍ਰਿਪਤ ਹੁੰਦਾ ਹੈ, ਅਹੰਕਾਰ ਦੀ ਪੂਰਤੀ ਹੁੰਦੀ ਹੈ। ਤੁਸੀਂ ਸੋਚਣ ਲੱਗ ਜਾਂਦੇ ਹੋ ਅਸੀਂ ਕੁਛ ਹੋ ਗਏ, ਮੈਂ ਕੁਛ ਜਾਣ ਲਿਆ। ਫਿਰ ਤੁਹਾਡੇ ਧਾਰਮਿਕ ਵਿਚਾਰ ਅਗਰ ਦੂਸਰੇ ਸੁਣਦੇ ਹਨ ਤੇ ਮੰਨਦੇ ਹਨ, ਕਹਿੰਦੇ ਹਨ ਵਾਕਿਆ 'ਚ ਬਹੁਤ ਵਧੀਆ ਸੋਚ ਹੈ ਮਨੁੱਖ ਦੀ, ਤੁਹਾਡੇ ਅੰਦਰ ਹੋਰ ਹੰਕਾਰ ਵਧੇਗਾ ਤੇ ਇਹ ਹੰਕਾਰ ਨੂੰ ਛੱਡਣਾ ਔਖਾ ਹੋ ਜਾਂਦਾ ਹੈ। ਬਹੁਤ ਫਸੇ ਹੋਏ ਹਨ ਧਾਰਮਿਕ ਲੋਕ, ਤੁਸੀਂ ਸਮਝ ਨਹੀਂ ਰਹੇ। ਉਹ ਵਿਚਾਰਾਂ ਦੇ ਤਲ ਤੇ ਬਹੁਤ ਕੁਝ ਜਾਣਦੇ ਹਨ, ਦੂਸਰਿਆਂ ਨੂੰ ਸਮਝਾਉਂਦੇ ਵੀ ਹਨ, ਤੇ ਦੂਸਰੇ ਜਦੋਂ ਖੁਸ਼ ਹੋ ਜਾਂਦੇ ਹਨ ਕਹਿੰਦੇ ਹਨ ਬਹੁਤ ਗਿਆਨ ਹੈ ਭਾਈ, ਬੜੇ ਵਧੀਆ ਵਿਚਾਰ ਹਨ, ਬੜੀ ਵਧੀਆ ਸੋਚ, ਕਿੰਨੀ ਸਮਝਦਾਰੀ ਦੀ ਗੱਲ ਕੀਤੀ, ਮਹਾਨ ਹੋ ਤੁਸੀਂ। ਤੇ ਅਗਲੇ ਦਾ ਹੰਕਾਰ ਹੋਰ ਵੱਧ ਜਾਂਦਾ ਵੀ ਮੈਂ ਮਹਾਨ ਹੀ, ਭਾਵੇਂ ਉਹਨੇ ਕਿਤੇ ਹੋਰ ਵਿਚਾਰ ਲਏ ਹੋਣ, ਕਿਸੇ ਦੇ ਹੋਰ ਹੋਣ, ਜਾਂ ਇੱਧਰੋਂ ਉੱਧਰੋਂ ਇਕੱਠੇ ਕਰਕੇ ਆਦਮੀ ਆਪ ਵੀ ਜੋੜ ਲੈਂਦਾ ਹੈ। ਇਹ ਜਿਹੜੇ ਪ੍ਰਚਾਰਕ ਹਨ, ਕਥਾਵਾਚਕ ਹਨ, ਇਹ ਇੱਦਾਂ ਹੀ ਕਰਦੇ ਆ। ਬਹੁਤ ਸਾਰੀਆਂ ਪੁਸਤਕਾਂ ਪੜ੍ਹ ਲੈਂਦੇ ਹਨ, ਬਹੁਤ ਸਾਰੇ ਉਪਦੇਸ਼ ਸੁਣਦੇ ਹਨ ਇੱਧਰੋਂ ਉੱਧਰੋਂ, ਉਹ ਸਾਰੇ ਇਕੱਠੇ ਕਰਕੇ ਜੋੜ ਕੇ ਆਪਣਾ ਵਿਚਾਰ ਬਣਾ ਲੈਂਦੇ। ਦੂਸਰੇ ਨੂੰ ਨਹੀਂ ਪਤਾ ਲੱਗਦਾ, ਉਹ ਕਹਿੰਦਾ ਗਿਆਨੀ ਜੀ ਨੂੰ ਗਿਆਨ ਹੀ ਬੜਾ ਹੈ। ਦੇਖੋ ਕਿੱਡੀ ਪਤੇ ਦੀ ਗੱਲ ਕੀਤੀ। ਤੇ ਸਿਰਫ ਵਿਚਾਰ ਹੀ ਹਨ, ਵਿਚਾਰਾਂ ਤੇ ਵੀ ਲੋਕ ਬਹੁਤ ਪ੍ਰਭਾਵਿਤ ਹੁੰਦੇ ਹਨ, ਮਹਾਨ ਸਮਝਣ ਲੱਗ ਜਾਂਦੇ ਹਨ ਅਗਲੇ ਵੀ ਬੜਾ ਹੀ ਵਧੀਆ ਕਥਾ ਕਰਦਾ, ਵੀ ਬੜਾ ਵਧੀਆ ਪ੍ਰਚਾਰਕ ਹੈ, ਦੱਸ ਪ੍ਰਮਾਣ ਬੜਾ ਵਧੀਆ ਦਿੰਦਾ। ਕਈ ਕਹਿਣਗੇ ਦ੍ਰਿਸ਼ਟਾਂਤ, ਕਮਾਲ ਦਾ ਗਿਆਨ ਹੈ। ਸਿਰਫ ਵਿਚਾਰ, ਤੇ ਇਹਨਾਂ ਵਿਚਾਰਾਂ ਨੂੰ ਸੁਣ ਕੇ ਤੁਸੀਂ ਵੀ ਭਰ ਰਹੇ ਹੋ। ਪ੍ਰਚਾਰਕ ਜ਼ਿਆਦਾ ਲੋਕਾਂ ਦੇ ਮਾਈਂਡ ਨੂੰ ਭਰ ਰਹੇ ਆ, ਲੋਕ ਵਿਚਾਰਵਾਨ ਜ਼ਿਆਦਾ ਹੋ ਰਹੇ ਹਨ। ਹੋਣਾ ਹੈ ਵਿਚਾਰਾਂ ਤੋਂ ਮੁਕਤ, ਖਿਆਲ ਵਿੱਚ ਰੱਖਿਓ। ਕੱਲ ਵੀ ਇਹੋ ਹੀ ਮੈਂ ਕਹਿ ਰਿਹਾ ਸੀ ਵੀ ਵਿਚਾਰਾਂ ਤੋਂ ਮੁਕਤ ਹੋਣਾ ਹੈ, ਤੇ ਇਸ ਗੱਲ ਨੂੰ ਵੀ ਤੁਸੀਂ ਵਿਚਾਰ ਹੀ ਬਣਾ ਲਓਗੇ, ਪਰ ਤੁਸੀਂ ਦੂਸਰੇ ਵਿਚਾਰਾਂ ਤੋਂ ਹੀ ਮੁਕਤ ਨਹੀਂ ਹੋ ਰਹੇ ਹੋ। ਤੇ ਇਹ ਜਿਹੜੇ ਉਪਦੇਸ਼ ਹਨ ਨਾ, ਖਿਆਲ ਵਿੱਚ ਰੱਖੋ, ਇਹ ਵਿਚਾਰ ਦੇ ਤਲ ਤੇ ਅਗਰ ਤੁਹਾਨੂੰ ਯਾਦ ਰਹੇ ਤੇ ਤੁਹਾਡੇ ਕਿਸੇ ਵੀ ਕੰਮ ਨਹੀਂ ਆਉਣੇ ਹਨ। ਮਰਨ ਵੇਲੇ ਹੁਣ ਇਹ ਉਪਦੇਸ਼ ਵਿਚਾਰ ਦੇ ਤਲ ਤੇ ਥੋੜੀ ਕੰਮ ਆਉਣਗੇ। ਇਹਨਾਂ ਨੂੰ ਤੇ ਜੀਂਦੇ ਜੀ ਹੁਣੇ ਹੀ ਤੁਸੀਂ ਲਾਗੂ ਕਰੋ, ਜੀਵਨ 'ਚ ਢਾਲੋ, ਤੁਹਾਡੇ ਜੀਵਨ ਦਾ ਅੰਗ ਬਣਨਗੇ, ਤਾਂ ਹੀ ਮਰਨ ਵੇਲੇ ਤੁਹਾਨੂੰ ਖਿਆਲ ਵਿੱਚ ਰਹੇਗਾ ਨਾ, ਉਦਾਂ ਥੋੜੀ ਰਹੇਗਾ। ਹੁਣ ਕਈ ਧਾਰਮਿਕ ਲੋਕ ਬੜੇ ਸਮਝਦਾਰ ਹੁੰਦੇ, ਤੇ ਸਮਝਦਾਰ ਅਕਸਰ ਧੋਖਾ ਖਾਂਦੇ ਹਨ।
ਸਿਆਣਪ ਕਾਹੂ ਕਾਮ ਨਾ ਆਵੇ, ਕਹਿੰਦੇ ਹਨ ਨਾ, ਉਹ ਸਿਆਣਪ ਜਿਹੜੀ ਆ ਉਹ ਮਰਨ ਵੇਲੇ ਕੰਮ ਨਹੀਂ ਆਉਣੀ ਹੈ। ਉਹ ਸਿਆਣਪ ਇਹ ਹੈ, ਬਹੁਤੇ ਲੋਕ ਸੋਚਦੇ ਹਨ ਵੀ ਅਸੀਂ ਮਰਨ ਵੇਲੇ ਨਾ, ਜਿਵੇਂ ਆਜਾ ਮਲ ਨੇ ਨਾਰਾਇਣ ਨਾਰਾਇਣ ਕੀਤਾ ਸੀ, ਅਸੀਂ ਮਰਨ ਵੇਲੇ ਉਹਦਾ ਨਾਮ ਜਪਾਂਗੇ, ਵਾਹਿਗੁਰੂ ਵਾਹਿਗੁਰੂ ਕਵਾਂਗੇ, ਸੁਣੇਗਾ ਹੀ ਨਾ, ਰਾਮ ਰਾਮ ਕਵਾਂਗੇ, ਸੁਣੇਗਾ ਹੀ ਨਾ, ਅੱਲਾ ਅੱਲਾ ਕਵਾਂਗੇ, ਪੁਕਾਰਾਂਗੇ, ਜਦੋਂ ਉਹਦੀ ਸੁਣ ਸਕਦਾ ਸਾਡੀ ਨਾ ਸੁਣੇ। ਨਹੀਂ, ਖਿਆਲ ਵਿੱਚ ਰੱਖੋ, ਅਗਰ ਤੁਸੀਂ ਹੁਣ ਜੀਂਦੇ ਜੀ ਹੀ ਇੱਕ ਛਣ ਵਾਸਤੇ ਉਹਨੂੰ ਯਾਦ ਨਹੀਂ ਕਰ ਸਕਦੇ ਹੋ ਪੂਰੇ ਪੂਰੇ ਤਨ ਪ੍ਰਾਣ ਦੇ ਨਾਲ, ਤਾਂ ਮਰਨ ਵੇਲੇ ਤੁਹਾਨੂੰ ਕਦੇ ਯਾਦ ਨਹੀਂ ਆਵੇਗਾ। ਇਸ ਧੋਖੇ ਦੇ ਵਿੱਚ ਨਾ ਰਹਿਓ, ਨਹੀਂ ਤਾਂ ਤੁਹਾਨੂੰ ਮਰਨ ਵੇਲੇ ਗੱਲ ਮੇਰੀ ਯਾਦ ਆਵੇਗੀ ਵੀ ਉਦੋਂ ਤੁਹਾਨੂੰ ਨਾਮ ਨਹੀਂ ਜਪ ਹੋਣਾ ਤੁਹਾਡੇ ਕੋਲ। ਜਿੱਥੇ ਚਿੱਤ ਲੱਗਾ ਹੈ ਨਾ ਉੱਥੇ ਦੀ ਹੀ ਸੋਚੇਗਾ। ਜਦੋਂ ਹੁਣ ਤੁਸੀਂ ਖਿਆਲ ਕਰੋ, 1 ਮਿੰਟ ਵਾਸਤੇ ਤੁਹਾਡੇ ਵਿਚਾਰ ਨਹੀਂ ਰੁਕ ਰਹੇ ਹਨ। ਪ੍ਰਭ ਕੋ ਸਿਮਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ, ਕਹਿੰਦੇ ਹਨ ਨਾ, ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ। ਸਾਵਧਾਨ ਇਕਾਗਰ ਚੀਤ ਹੋ ਕੇ ਵੀ ਤੁਸੀਂ 1 ਮਿੰਟ ਵਾਸਤੇ ਉਹਦਾ ਚਿੰਤਨ ਨਹੀਂ ਕਰ ਸਕਦੇ ਹੋ, ਉਹਨੂੰ ਧਿਆਨ ਵਿੱਚ ਨਹੀਂ ਰੱਖ ਸਕਦੇ ਹੋ, ਤੇ ਮਰਨ ਵੇਲੇ ਕਿਵੇਂ ਰਹੇਗਾ? ਖਿਆਲ ਕਰੋ। 1 ਮਿੰਟ ਵਾਸਤੇ ਸੰਸਾਰ ਨੂੰ ਛੱਡ ਨਹੀਂ ਸਕਦੇ ਹੋ, ਪੂਰਾ ਤਿਆਗ ਨਹੀਂ ਸਕਦੇ ਹੋ, ਭੁਲਾ ਨਹੀਂ ਸਕਦੇ ਹੋ। ਸੰਸਾਰ ਨੂੰ ਭੁਲਾਵੋਗੇ ਤਾਂ ਹੀ ਰੱਬ ਚੇਤੇ ਆਊਗਾ ਨਾ। ਸਤੂਲ ਨੂੰ ਭੁਲਾਵੋਗੇ, ਝੂਠ ਨੂੰ ਭੁਲਾਵੋਗੇ ਤਾਂ ਹੀ ਰੱਬ ਚੇਤੇ ਆਵੇਗਾ ਨਾ। 1 ਮਿੰਟ ਵਾਸਤੇ ਨਹੀਂ ਭੁਲਾ ਰਹੇ ਤੁਸੀਂ, ਤੇ ਅੰਤ ਸਮੇਂ ਕਿਵੇਂ ਆ ਜਾਵੇਗਾ? ਤੇ ਜਦੋਂ ਹੁਣ ਨਹੀਂ ਭੁੱਲ ਰਿਹਾ ਹੈ, ਤੁਹਾਨੂੰ ਖਿਆਲ ਵਿੱਚ ਰੱਖੋ, ਭੁਲਾ ਰਹੇ ਹੋ ਤੁਸੀਂ, ਤੇ ਅੰਤ ਸਮੇਂ ਇੱਕਦਮ ਨਹੀਂ ਆ ਜਾਵੇਗਾ ਚਿੱਤ ਵਿੱਚ। ਤੇ ਸੰਸਾਰ ਜਦੋਂ ਹੁਣ ਨਹੀਂ ਭੁੱਲ ਰਿਹਾ ਹੈ, ਖਿਆਲ ਵਿੱਚੋਂ ਜਾ ਨਹੀਂ ਰਿਹਾ, ਉਹਦੀ ਵਿਚਾਰਧਾਰਾ ਚੱਲ ਰਹੀ ਹੈ, ਉਹਦੇ ਬਾਰੇ ਹੀ ਸੋਚ ਰਹੇ। ਜਿਵੇਂ ਇਹਨਾਂ ਨੇ ਲਿਖਿਆ ਹੈ, ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸਹੀ। ਚਿੰਤਾ ਛੁੱਟਦੀ ਹੈ ਤੁਹਾਡੀ? ਖਿਆਲ ਕਰੋ ਥੋੜ੍ਹਾ ਜਿਹਾ, ਤੁਸੀਂ ਇਮਾਨਦਾਰੀ ਦੇ ਨਾਲ ਸੋਚਿਓ ਵੀ ਤੁਹਾਡੀ ਚਿੰਤਾ ਮੁੱਕ ਗਈ, ਤੁਸੀਂ ਸੋਚਣੋਂ ਹਟ ਗਏ ਹੋ ਭਵਿੱਖ ਬਾਰੇ, ਤੁਸੀਂ ਨਿਸ਼ਚਿੰਤ ਹੋ ਗਏ ਹੋ। ਜਦੋਂ ਨਿਸ਼ਚਿੰਤ ਹੋ ਗਏ ਤਾਂ ਮਨ ਆਪਣੇ ਆਪ ਹੀ ਸ਼ਾਂਤ ਹੋ ਜਾਣਾ। ਜਦੋਂ ਹੁਣ ਚਿੰਤਾ ਹੀ ਕੋਈ ਨਹੀਂ ਰਹੀ ਤਾਂ ਫਿਰ ਸ਼ਾਂਤ ਹੋਵੇਗਾ ਹੀ ਨਾ। ਉਪਦੇਸ਼ ਤੇ ਬਹੁਤ ਵਧੀਆ ਹੈ, ਬੜਾ ਪਿਆਰਾ ਹੈ। ਫਿਰ ਦੇਖੋ ਕਮਾਲ ਦੀ ਗੱਲ ਇਹ ਹੈ ਵੀ ਇਹ ਮੈਂ ਬਹੁਤ ਵਾਰਾਂ ਕਿਹਾ ਹੈ ਵੀ ਚਿੰਤਾ ਨਾ ਕਰੋ, ਚਿੰਤਾ ਪਰਮਾਤਮਾ ਨੂੰ ਹੈ, ਭਵਿੱਖ ਦੀ ਚਿੰਤਾ ਨਾ ਕਰੋ। ਕੱਲ੍ਹ ਹੀ ਕਹਿ ਰਿਹਾ ਸੀ, ਪਰ ਇਹਨਾਂ ਨੂੰ ਖਿਆਲ ਵਿੱਚ ਨਹੀਂ ਆਉਂਦਾ ਹੈ। ਤੇ ਆ ਜਿਹੜਾ ਸ਼ਬਦ ਲਿਖਿਆ ਹੈ ਇਹ ਵੀ ਖਿਆਲ ਵਿੱਚ ਥੋੜ੍ਹੀ ਰਹਿ ਜਾਣਾ ਹੈ। ਜਦੋਂ ਰੋਜ਼ ਮੈਂ ਕਹਿ ਰਿਹਾ ਖਿਆਲ ਵਿੱਚ ਨਹੀਂ ਆ ਰਿਹਾ, ਤੇ ਸ਼ਬਦ ਵੀ ਇਸੇ ਕਰਕੇ ਹੀ ਮੈਂ ਵਰਤਦਾ ਹਾਂ, ਸ਼ਬਦਾਂ ਦਾ ਸਹਾਰਾ ਲੈਣਾ ਵੀ ਗੱਲ ਮੇਰੀ ਸ਼ਾਇਦ ਤੁਸੀਂ ਨਾ ਗੌਰ ਦੇ ਨਾਲ ਸੁਣੋ, ਵੀ ਪੁਰਾਣੇ ਸ਼ਬਦਾਂ ਦਾ, ਪੁਰਾਣੇ ਉਪਦੇਸ਼ਾਂ ਦਾ ਸਹਾਰਾ ਲਵਾਂਗੇ, ਤੇ ਗੌਰ ਨਾਲ ਸੁਣੋਗੇ ਵੀ ਉਹਨਾਂ ਨੇ ਵੀ ਇਹੋ ਗੱਲ ਕਹੀ ਹੈ। ਪਰ ਤੁਸੀਂ ਅਗਰ ਵਿਚਾਰ ਦੇ ਤਲ ਤੇ ਹੀ ਰੱਖੋਗੇ, ਕਈ ਇੱਦਾਂ ਵੀ ਸੋਚ ਲੈਂਦੇ ਹਨ ਵੀ ਇਹਨਾਂ ਨੇ ਇਹ ਗੱਲ ਕਹੀ ਹੈ ਫਲਾਣੇ ਗ੍ਰੰਥ 'ਚ ਕਿਵੇਂ ਲਿਖਿਆ ਹੈ, ਬਾਬੇ ਨਾਨਕ ਨੇ ਕੀ ਉਪਦੇਸ਼ ਦਿੱਤਾ ਹੈ। ਤਾਲਮੇਲ ਬਿਠਾਉਂਦੇ ਰਹਿੰਦੇ ਹਨ, ਵਿਚਾਰ ਕਰਦੇ ਰਹਿੰਦੇ, ਉਹ ਵੀ ਵਿਚਾਰ ਦੇ ਤਲ ਤੇ ਉਲਝ ਜਾਂਦੇ। ਕਈ ਗੱਲਾਂ ਨਹੀਂ ਵੀ ਤਾਲਮੇਲ ਖਾਣਗੀਆਂ, ਕਿਉਂਕਿ ਸਮੇਂ ਦਾ ਫਰਕ ਹੈ। ਉਹ 550 ਸਾਲ ਪਹਿਲਾਂ ਬੋਲੇ ਸੀ, ਜਿਨ੍ਹਾਂ ਨੂੰ ਬੋਲੇ ਸੀ ਉਹ 550 ਸਾਲ ਪਹਿਲਾਂ ਹੋਏ ਸਨ।
ਸਿੱਧੇ ਸਾਦੇ ਲੋਕ ਸਨ, ਵਿਚਾਰ ਦੇ ਤਲ ਤੇ ਉਲਝੇ ਨਹੀਂ ਸਨ, ਸ਼ਬਦ ਬਹੁਤੇ ਉਹਨਾਂ ਨੂੰ ਕੰਠ ਨਹੀਂ ਸਨ। ਅਜੋਕੇ ਸਮੇਂ 'ਚ ਮਨੁੱਖ ਦੇ ਅੰਦਰ ਸ਼ਬਦ ਬਹੁਤ ਹਨ, ਵਿਚਾਰਧਾਰਾ ਬਹੁਤ ਹੈ। ਸ਼ਬਦਾਂ ਦੇ ਜਾਲ ਦੇ ਵਿੱਚ ਉਲਝ ਰਿਹਾ ਹੈ ਮਨੁੱਖ ਦਿਨ ਪਰ ਦਿਨ। ਇਹ ਜਿੰਨੇ ਹੀ ਵਿਚਾਰ ਵਧਣਗੇ ਓਨਾ ਹੀ ਮਨੁੱਖ ਵਿਸ਼ਿਪਤ ਹੋਵੇਗਾ ਤੇ ਵਿਚਾਰਾਂ ਤੋਂ ਮੁਕਤ ਹੋਣਾ ਹੈ। ਤੇ ਇਹਨਾਂ ਉਪਦੇਸ਼ਾਂ ਨੂੰ ਵਿਚਾਰਾਂ ਦੇ ਤਲ ਤੇ ਨਹੀਂ ਸਮਝਣਾ ਹੈ। ਇਹੋ ਹੀ ਧਾਰਮਿਕ ਲੋਕ ਕਰ ਰਹੇ ਹਨ। ਕੁਛ ਕਿਤੇ ਪੜ੍ਹ ਰਹੇ ਹਨ, ਪਾਠ ਹੀ ਕਰੀ ਜਾਂਦੇ, ਤੇ ਕੁਛ ਕੁ ਵਿਚਾਰ ਕਹਿੰਦੇ ਹਨ ਕਰੋ। ਹੁਣ ਵਿਚਾਰ ਕਰੋਗੇ ਤੇ ਵਿਚਾਰ ਦੇ ਤਲ ਤੇ ਗੱਲ ਸਮਝੀ ਹੋਏ ਤੇ ਇਹਦਾ ਕੋਈ ਲਾਭ ਥੋੜ੍ਹੀ ਹੈ। ਨਾਨਕ ਚਿੰਤਾ ਮਤ ਕਰੋ। ਹੁਣ ਵਿਚਾਰ ਦੇ ਤਲ ਤੇ ਤੁਸੀਂ ਥੋੜ੍ਹੀ ਦੇਰ ਸੋਚ ਲਿਆ, ਕਿਸੇ ਦਾ ਟੈਲੀਫੋਨ ਆ ਗਿਆ ਤੁਹਾਡੇ ਰਿਸ਼ਤੇਦਾਰ ਦਾ ਵੀ ਐਕਸੀਡੈਂਟ ਹੋ ਗਿਆ ਜਾਂ ਪ੍ਰੋਬਲਮ ਆ ਗਈ, ਸਮੱਸਿਆ ਆ ਗਈ, ਬਿਮਾਰ ਹੋ ਗਿਆ। ਤੁਸੀਂ ਚੱਲ ਪਏ ਉਹਦੇ ਖਿਆਲ ਦੇ ਵਿੱਚ, ਉਲਝ ਗਏ, ਵਿਚਾਰ ਕਰ ਲੱਗ ਪਏ ਕੀ ਬਣੂ, ਕਿੱਦਾਂ ਬਣੂ, ਸੋਚਣ ਲੱਗ ਪਏ ਆਪਣਾ ਹੈ, ਬਚੂ ਕਿ ਨਾ ਬਚੂ। ਤੁਸੀਂ ਇੱਕਦਮ ਭੁੱਲ ਜਾਂਦੇ ਹੋ। ਤੇ ਮੈਂ ਕੱਲ ਕਹਿ ਰਿਹਾ ਹਾਂ ਤੁਹਾਨੂੰ ਵੀ ਤੁਹਾਨੂੰ ਯਾਦ ਥੋੜ੍ਹੀ ਰਹਿੰਦੀ ਹੈ ਗੱਲ। ਵਿਚਾਰ ਦੇ ਤਲ ਤੇ ਯਾਦ ਰਹਿ ਵੀ ਨਹੀਂ ਸਕਦੀ। ਕਿੰਨੀਆਂ ਕੁ ਰੱਖੋਗੇ ਤੁਸੀਂ? ਧਾਰਮਿਕ ਵਿਚਾਰਾਂ ਨੂੰ ਖਿਆਲ ਵਿੱਚ ਰੱਖੋਗੇ, ਸੰਸਾਰਿਕ ਵਿਚਾਰਾਂ ਨੂੰ? ਕਿੰਨੇ ਵਿਚਾਰ ਹਨ, ਕਿੰਨੀਆਂ ਗੱਲਾਂ ਹਨ ਤੁਹਾਡੇ ਦਿਮਾਗ 'ਚ। ਇਸ ਕਰਕੇ ਵਿਚਾਰ ਦੇ ਤਲ ਤੇ ਨਾ ਤੁਸੀਂ ਉਲਝੋ। ਸੰਸਾਰਿਕ ਵਿਚਾਰ ਹੀ ਕਾਫੀ ਹਨ, ਉਹਨਾਂ ਤੋਂ ਮੁਕਤ ਹੋਣਾ ਹੈ। ਤੁਸੀਂ ਧਾਰਮਿਕ ਵਿਚਾਰ ਵੀ ਵਿੱਚ ਪਾਈ ਜਾਂਦੇ ਹੋ, ਹੋਰ ਜ਼ਿਆਦਾ ਉਲਝ ਜਾਓਗੇ। ਇੱਦਾਂ ਹੀ ਤੇ ਧਾਰਮਿਕ ਲੋਕ ਉਲਝੇ ਹਨ। ਇੱਕ ਤਾਂ ਸੰਸਾਰਿਕ ਵਿਚਾਰ ਹਨ, ਉਹੋ ਹੀ ਕਾਫੀ ਹਨ। ਤੁਸੀਂ ਸੋਚੋ, ਅਗਰ ਤੁਸੀਂ ਲਿਖਣ ਲੱਗ ਪਓ ਵੀ ਕਿੰਨੇ ਕੁ ਵਿਚਾਰ ਹਨ ਮੇਰੇ ਅੰਦਰ, ਤੇ ਤੁਸੀਂ ਹੈਰਾਨ ਹੋ ਗਏ, ਮੁੱਕਣਗੇ ਹੀ ਨਹੀਂ। ਤੁਸੀਂ ਲਿਖਦੇ ਹੀ ਜਾਓ। ਬਹੁਤ ਕੁਝ ਯਾਦ ਹੈ ਤੁਹਾਨੂੰ, ਕਿੰਨੀਆਂ ਘਟਨਾਵਾਂ ਹਨ, ਕਿੰਨਾ ਕੁਛ ਵਾਪਰਿਆ, ਕਿੰਨਿਆਂ ਦੀਆਂ ਸ਼ਾਦੀਆਂ ਹੋਈਆਂ, ਵਿਆਹ ਹੋਏ, ਕਿੰਨੇ ਰਿਸ਼ਤੇਦਾਰੀਆਂ, ਕਿੰਨੇ ਕੀ ਕੀ ਕੀਆ, ਕੀ ਕੀ ਹੋਇਆ। ਤੁਸੀਂ ਲਿਖੋ ਤੇ ਬਹੁਤ ਵਿਚਾਰ ਹਨ। ਦਰਅਸਲ ਜਿਹੜੇ ਜਾਣਦੇ ਹਨ ਨਾ, ਉਹ ਕਹਿੰਦੇ ਹਨ ਭਈ ਆਦਮੀ ਦੇ ਅੰਦਰ ਸਾਰੇ ਸੰਸਾਰ ਦੀਆਂ ਪੁਸਤਕਾਂ ਵੀ ਆ ਸਕਦੀਆਂ ਹਨ ਅਗਰ ਉਹ ਯਾਦ ਕਰਨਾ ਚਾਹਵੇ। ਬਹੁਤ ਕੁਝ ਯਾਦ ਕਰ ਸਕਦਾ ਹੈ, ਕੀਤਾ ਹੈ ਪੁਰਾਣੇ ਸਮੇਂ 'ਚ। ਉਸ ਸਮੇਂ 'ਚ ਸਿਮਰਤੀ ਨੂੰ ਵਿਕਸਿਤ ਕਰਨ ਦੇ ਤਰੀਕੇ ਹੁੰਦੇ ਸਨ, ਯਾਦ ਕਰ ਲੈਂਦੇ ਸਨ ਲੋਕ। ਸਾਰੇ ਸ਼ਾਸਤਰ ਪਹਿਲੇ ਯਾਦ ਹੀ ਸਨ, ਲਿਖੇ ਤੇ ਬਹੁਤ ਸਮੇਂ ਬਾਅਦ ਗਏ ਹਨ। ਰਾਵਣ ਨੂੰ ਵਿਚਾਰੇ ਵੇਦ ਯਾਦ ਹੀ ਸਨ, ਉਹ ਸਮੇਂ ਯਾਦ ਹੀ ਕਰਦੇ ਹੋਣਗੇ ਨਾ। ਤੇ ਇੱਕ ਦੂਸਰੇ ਨੂੰ ਸੁਣਾ ਦਿੰਦੇ ਸਨ, ਦੂਸਰਾ ਦੂਸਰੇ ਨੂੰ ਸੁਣਾ ਦਿੰਦਾ ਸੀ। ਇੱਦਾਂ ਕਹਿੰਦੇ ਵੀ ਇੱਕ ਦੂਸਰੇ ਨੂੰ ਸੁਣਾ ਕੇ ਤੇ ਉਹ ਯਾਦ ਰੱਖਦੇ ਸਨ। ਲਿਖੇ ਤੇ ਬਹੁਤ ਸਮੇਂ ਬਾਅਦ ਗਏ। ਤੋ ਜੋ ਸਿਮਰਤੀ ਦੇ ਤਲ ਤੇ ਯਾਦ ਹੈ, ਤੋ ਸਿਰਫ ਸਿਮਰਤੀ ਦੇ ਤਲ ਤੇ। ਉਹ ਐਵੇਂ ਕਹਿ ਸਕਦੇ ਹਾਂ ਪਰ ਸਿਮਰਤੀ ਤੁਹਾਡੇ ਸਰੀਰ ਦਾ ਹਿੱਸਾ ਹੈ। ਅਗਰ ਸਿਮਰਤੀ ਦੇ ਤਲ ਤੇ ਯਾਦ ਹੋ, ਤੁਸੀਂ ਸਰੀਰ ਦੇ ਨਾਲ ਜੁੜੇ ਹੋਏ, ਸਿਮਰਤੀ ਦੇ ਨਾਲ ਜੁੜੇ ਹੋ, ਆਪਣੀ ਬੁੱਧੀ ਦੇ ਨਾਲ ਜੁੜੇ ਹੋਏ। ਇਸੇ ਕਰਕੇ ਚੰਗੇ ਚੰਗੇ ਵਿਚਾਰਾਂ ਦਾ ਹੰਕਾਰ ਹੁੰਦਾ ਹੈ। ਹੰਕਾਰ ਕਿਹਨੂੰ ਹੁੰਦਾ ਹੈ? ਤੁਹਾਨੂੰ ਹੀ ਹੁੰਦਾ ਹੈ ਵੀ ਮੈਂ ਬਹੁਤ ਜਾਣਦਾ, ਮੈਨੂੰ ਗਿਆਨ ਹੈ। ਦੇਖੋ ਕਿੱਡੇ ਸੋਹਣੇ ਵਿਚਾਰ ਹਨ, ਮੈਨੂੰ ਕਿੰਨੀ ਸਮਝ ਹੈ। ਸਮਝ ਦੇ ਨਾਲ ਜੁੜ ਕੇ ਤੁਸੀਂ ਬੁੱਧੀ ਦੇ ਨਾਲ ਜੁੜ ਗਏ, ਸਰੀਰ ਦੇ ਨਾਲ ਜੁੜ ਗਏ, ਤੇ ਵਿਚਾਰਾਂ ਦੇ ਨਾਲ ਥੋੜ੍ਹੀ ਜੁੜਨਾ ਹੈ, ਤੇ ਵਿਚਾਰਾਂ ਦੇ ਤਲ ਤੇ ਥੋੜ੍ਹੀ ਸਮਝਣਾ ਹੈ। ਹੁਣ ਕੱਲ ਜੋ ਮੈਂ ਕਹਿ ਰਿਹਾ ਹੈ, ਅਗਰ ਤੁਸੀਂ ਧਿਆਨ ਨਾਲ ਸੁਣਿਆ ਹੋਵੇਗਾ, ਫਿਰ ਤੂੰ ਕਹਿ ਦੇਣਾ ਭੁੱਲ ਗਿਆ ਹੋਵੇਗਾ, ਮੈਨੂੰ ਉਮੀਦ ਬਹੁਤ ਧਿਆਨ ਭਵਿੱਖ ਦੀ ਵਿਚਾਰ ਛੱਡ ਦੇਣੀ ਹੈ। ਤੇ ਇਹੋ ਹੀ ਹੈ, ਨਾਨਕ ਚਿੰਤਾ ਮਤ ਕਰੋ, ਚਿੰਤਾ ਤੇ ਸੀ। ਤੇ ਤੁਸੀਂ ਚਿੰਤਾ ਕਿਉਂ ਕਰਦੇ ਭਵਿੱਖ ਦੀ? ਜਿਹਨੇ ਪੈਦਾ ਕੀਤਾ ਹੈ ਉਹ ਪਾਲੇਗਾ, ਪਾਲ ਹੀ ਰਿਹਾ ਹੈ। ਇੰਨਾ ਸਮੇਂ ਤੋਂ ਪਾਲਦਾ ਆਇਆ, ਗਾਂ ਵੀ ਪਾਲੇਗਾ। ਤੁਸੀਂ ਚਿੰਤਾ ਨਾ ਕਰੋ। ਤਾਂ ਅਤੀਤ 'ਚ ਜੋ ਕੁਛ ਹੋ ਗਿਆ ਉਹਦੀ ਵਿਚਾਰ ਨਾ ਕਰੋ, ਭਵਿੱਖ ਦੀ ਚਿੰਤਾ ਨਾ ਕਰੋ, ਤੇ ਤੁਸੀਂ ਸ਼ਾਂਤ ਹੋਵੋਗੇ। ਪਰ ਇਹ ਗੱਲ ਸੁਣ ਕੇ ਤੁਹਾਨੂੰ ਚੰਗਾ ਤੇ ਲੱਗੇਗਾ,
ਤੁਹਾਡੇ ਖਿਆਲ ਵਿੱਚ ਵੀ ਆ ਜਾਊਗੀ, ਪਰ ਚਿੰਤਾ ਤੁਸੀਂ ਕਰੋਗੇ ਫੇਰ ਹਟੋਗੇ ਥੋੜੀ। ਫਿਰ ਖਿਆਲ ਵਿੱਚ ਰੱਖਿਓ, ਇਹ ਗੱਲਾਂ ਸੁਣ ਕੇ ਤੁਹਾਨੂੰ ਖਿਆਲ ਵਿੱਚ ਵੀ ਆ ਜਾਂਦਾ ਹੈ, ਤੁਹਾਨੂੰ ਲੱਗਦਾ ਹੈ ਵੀ ਪਤਾ ਲੱਗ ਗਿਆ ਵੀ ਹੁਣ ਗਾਂ ਦੀ ਚਿੰਤਾ ਨਹੀਂ ਕਰਨੀ, ਤੇ ਪਿੱਛੇ ਜੋ ਕੁਝ ਹੋ ਗਿਆ ਸੋ ਹੋ ਗਿਆ, ਉਹ ਤਾਂ ਮਿਟ ਹੀ ਗਿਆ ਸਮਾਂ, ਉਹਦੀ ਵਿਚਾਰ ਨਹੀਂ ਕਰਨੀ ਹੈ। ਕੀ ਕਰਨੀ ਹੈ? ਵਿਚਾਰ ਕਰਕੇ ਵੀ ਕਰਾਂਗੇ ਜੋ ਹੋ ਗਿਆ, ਤੇ ਅਗਲਾ ਸੋਚਣਾ ਨਹੀਂ। ਵਰਤਮਾਨ 'ਚ ਜੀਣਾ ਹੈ। ਗੁਰਮੁਖ ਵਰਤਮਾਨ ਵਿੱਚ ਵਰਤਦਾ, ਵੀ ਵਰਤਮਾਨ ਦੇ ਵਿੱਚ ਜੀਣਾ ਹੈ। ਤੁਸੀਂ ਥੋੜ੍ਹੀ ਦੇਰ ਖਿਆਲ ਕਰੋਗੇ, ਬਸ ਇਹ ਵੀ ਵਿਚਾਰ ਦੇ ਤਲ 'ਤੇ ਸੋਚੋਗੇ, ਤੇ ਇੱਕ क्षण ਵਾਸਤੇ ਵੀ ਵਰਤਮਾਨ 'ਚ ਨਹੀਂ ਤੁਸੀਂ ਆਓਗੇ। ਤੁਹਾਨੂੰ ਚੰਗਾ ਲੱਗੇਗਾ, ਸਮਝ ਵਿੱਚ ਵੀ ਆ ਗਈ ਗੱਲ, ਫਿਰ ਵੀ ਪਕੜ ਵਿੱਚ ਨਹੀਂ ਆਵੇਗੀ। ਪਕੜ ਵਿੱਚ ਉਦੋਂ ਹੀ ਆਵੇਗੀ ਜਦੋਂ ਤੁਸੀਂ ਕੋਸ਼ਿਸ਼ ਕਰੋਗੇ। ਸਿਮਰਨ ਦਾ ਭਾਵ ਵੀ ਇਹੋ ਹੀ ਹੁੰਦਾ ਹੈ ਵੀ ਵਾਰ-ਵਾਰ ਯਾਦ ਕਰਨਾ, ਵਾਰ-ਵਾਰ ਚਿੰਤਨ। ਕਹਿੰਦੇ ਨਾ 8 ਪੈਰ ਸਿਮਰੋ ਗੋਬਿੰਦ, ਉਹਦਾ ਭਾਵ ਹੁੰਦਾ ਵੀ ਵਾਰ-ਵਾਰ ਉਠਤ ਬੈਠਤ ਸੋਵਤ ਜਾਗਤ ਇਹ ਮਨ ਤੁਝੇ ਚਿਤਾਰੇ, ਚੇਤਾ ਰੱਖੇ, ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ। ਹੌਲੀ 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 ਅਗਰ ਤੁਸੀਂ ਚੇਤਾ ਰੱਖਦੇ ਗਏ, ਇੱਕ ਉਪਦੇਸ਼ ਦਾ ਵੀ ਅਗਰ ਤੁਸੀਂ ਚੇਤਾ ਰੱਖਿਆ, ਇੱਕ ਉਪਦੇਸ਼ ਨੂੰ ਹੀ, ਜ਼ਰੂਰੀ ਨਹੀਂ ਸਾਰੇ ਉਪਦੇਸ਼ ਚੇਤੇ ਰੱਖਣੇ ਹਨ। ਇਹੋ ਤੇ ਮੈਂ ਕਹਿੰਦਾ ਹਾਂ ਵੀ ਵਿਚਾਰਾਂ 'ਚ ਖੋਦਦੇ ਹੋ ਤੁਸੀਂ, ਸਾਰਾ ਕੁਝ ਚੇਤੇ ਰੱਖਣ ਦੀ ਲੋੜ ਨਹੀਂ ਹੈ। ਜੋ ਵੀ ਉਪਦੇਸ਼ ਤੁਹਾਨੂੰ ਗਹਿਰਾਈ ਦੇ ਤਲ 'ਤੇ ਸਮਝ ਵਿੱਚ ਆਇਆ ਹੈ, ਤੁਹਾਡੇ ਭਾਵ ਵਿੱਚ ਬੈਠ ਗਿਆ ਹੈ, ਉਹਦੇ 'ਤੇ ਖਿਆਲ ਰੱਖੋ। ਤੇ 8 ਪਹਿਰ ਹੀ ਖਿਆਲ ਰੱਖੋ। ਜਦੋਂ ਤੁਹਾਡੇ ਭਾਵ ਦੇ ਵਿੱਚ ਗਹਿਰਾਈ ਦੇ ਤਲ 'ਤੇ ਤੁਹਾਨੂੰ ਅਨੁਭਵ ਦੇ ਵਿੱਚ ਨਾ ਆ ਜਾਵੇ, ਉਹਨਾਂ ਚਿਰ ਸਮਝਿਆ ਹੋਇਆ ਨਾ ਸਮਝੋ। ਜਦੋਂ ਤੁਸੀਂ ਨਿਰਵਿਚਾਰ ਹੋ ਜਾਓਗੇ, ਉਦੋਂ ਇਹ ਗੱਲ ਸਮਝੋਗੇ। ਜਦੋਂ ਨਿਰਵਿਚਾਰ ਹੋ ਜਾਓਗੇ, ਤੇ ਨਿਰਵਿਚਾਰ ਹੋਣਾ, ਨਿਰਵਿਚਾਰ ਹੋਣ ਵਾਸਤੇ ਹੀ ਇਹ ਉਪਦੇਸ਼ ਹਨ, ਇਹ ਸੰਦੇਸ਼ ਹੈ। ਇਹ ਉਪਦੇਸ਼ ਚਿੰਤਾ ਮਤ ਕਰੋ, ਨਾਨਕ ਚਿੰਤਾ ਹੀ ਤਿਸ ਹੀ ਹੈ। ਇਹ ਵਿਚਾਰ ਦੇ ਤਲ 'ਤੇ ਨਹੀਂ, ਇਹ ਕਿਹਾ ਗਿਆ ਵੀ ਤੁਸੀਂ ਆਪਣੇ ਜੀਵਨ 'ਚ ਇਹਨੂੰ ਢਾਲੋ, ਉਪਦੇਸ਼ ਨੂੰ। ਚਿੰਤਾ ਨਾ ਕਰੋ, ਤੁਸੀਂ ਸ਼ਾਂਤ ਹੋਵੋਗੇ, ਪਰਮਾਤਮਾ ਦਾ ਚਿੰਤਨ ਕਰ ਸਕੋਗੇ। ਇਹ ਉਪਦੇਸ਼ ਇਹ ਕਹਿ ਰਹੇ ਹਨ, ਨਾ ਹੀ ਤੇ ਪੜ੍ਹਨ ਵਾਸਤੇ ਹਨ। ਹੁਣ ਲੋਕ ਮਨੋਕਾਮਨਾ ਵਾਸਤੇ ਪੜ੍ਹ ਰਹੇ ਹਨ, ਇਹ ਸਮਝਣ ਵਾਸਤੇ ਹਨ ਵੀ ਐਸਾ ਤੁਸੀਂ ਸਮਝੋਗੇ, ਤੁਸੀਂ ਸ਼ਾਂਤ ਹੋਵੋਗੇ, ਚਿੰਤਾ ਨਾ ਕਰੋਗੇ ਭਵਿੱਖ ਦੀ, ਤੇ ਸ਼ਾਂਤ ਹੋਵੋਗੇ। ਰੱਬ ਕਰ ਰਿਹਾ ਜੋ ਕੁਛ ਕਰੇ, ਨਾਲੇ ਕਹਿੰਦੇ ਹੁਕਮ ਅਨੁਸਾਰ ਹੋਣਾ ਹੈ, ਹੋ ਰਿਹਾ। ਜਪਜੀ ਸਾਹਿਬ 'ਚ ਕਿਹਾ ਵੀ ਹੈ, ਸ਼ੁਰੂਆਤ ਦੇ ਵਿੱਚ ਵੀ ਵੇਖੋ, ਸ਼ੁਰੂਆਤ ਹੀ ਇੱਥੋਂ ਕਰਦੇ ਹਨ ਬਾਬਾ ਨਾਨਕ। ਹੁਕਮ ਮਰ ਜਾਈ ਚੱਲਣਾ ਨਾਨਕ ਲਿਖਿਆ ਨਾ, ਵੀ ਉਹਦੇ ਰਜਾ ਦੇ ਵਿੱਚ ਚੱਲੋ, ਜੋ ਲਿਖਿਆ ਹੋਇਆ ਉਹ ਤੁਹਾਡੇ ਨਾਲ ਮਿਲੂਗਾ, ਉਹੀ ਹੋਣਾ, ਉੱਦਾਂ ਹੀ ਹੋ ਰਿਹਾ। ਜੋ ਕੁਛ ਕਰਨਾ ਸੋ ਕਰ ਰਿਹਾ, ਕਰ ਹੀ ਰਿਹਾ ਹੈ, ਉੱਦਾਂ ਹੀ ਹੋ ਰਿਹਾ। ਤੁਹਾਡੇ ਸੋਚਣ ਦਾ ਥੋੜ੍ਹੀ ਸੰਸਾਰ ਚੱਲ ਰਿਹਾ, ਜਿਹੜਾ ਚਲਾ ਰਿਹਾ ਹੈ ਉਹਨੂੰ ਪਤਾ ਹੈ। ਹੁਣ ਦੇਖੋ ਐਡਾ ਵੱਡਾ ਸੰਸਾਰ ਪਰਮਾਤਮਾ ਬਿਨਾਂ ਸੋਚੇ ਹੀ ਚਲਾ ਰਿਹਾ ਹੈ। ਤੁਹਾਡਾ ਛੋਟਾ ਜਿਹਾ ਸਰੀਰ ਨਾ ਚੱਲੇਗਾ। ਤੇ ਉਪਦੇਸ਼ ਤੁਹਾਨੂੰ ਬਾਹਰੋਂ ਮੁਕਤ ਕਰਦੇ ਹਨ, ਸੰਸਾਰ ਚੋਂ ਮੁਕਤ ਕਰਨ ਵਾਸਤੇ ਉਪਦੇਸ਼ ਹਨ। ਵੀ ਸੰਸਾਰ ਦੀ ਚਿੰਤਾ ਨਾ ਕਰੋ ਤੁਸੀਂ। ਅਗਰ ਸੰਸਾਰ ਦੀ ਚਿੰਤਾ ਨਾ ਕਰੋਗੇ ਤੁਸੀਂ ਆਪਣੇ ਘਰ ਆ ਜਾਓਗੇ। ਇਹੋ ਕਿਹਾ ਹੈ ਨਾ ਵੀ ਆਪਣੇ ਘਰ ਹੀ ਆਉਣਾ ਹੈ, ਵਾਸਤਵਿਕ ਦੇ ਵਿੱਚ ਉੱਥੇ ਹੀ ਟਿਕਾ ਹੈ, ਜਿਹੜਾ ਆਪਣਾ ਘਰ ਹੈ। ਬਾਹਰ ਘਰਾਂ ਦੇ ਵਿੱਚ ਥੋੜ੍ਹੀ ਟਿਕਾ ਹੈ, ਚੈਨ। ਫਿਰ ਆਪਣੇ ਘਰ ਆਉਣ ਵਾਸਤੇ ਤੁਹਾਨੂੰ ਵਿਚਾਰ ਕਰਨ ਦੀ ਥੋੜ੍ਹੀ ਲੋੜ ਹੈ। ਬਾਹਰਲੇ ਘਰਾਂ ਵਾਸਤੇ ਵਿਚਾਰ ਕਰਨ ਦੀ ਲੋੜ ਹੈ। ਹੁਣ ਬਾਹਰ ਤੁਸੀਂ ਘਰ ਬਣਾਉਣਾ ਹੋਵੇ,
ਪਹਿਲਾਂ ਤੁਸੀਂ ਜ਼ਮੀਨ ਲੈਣ ਦੀ ਸੋਚੋਗੇ। ਕਿੰਨਾ ਚਿਰ ਲੋਕ ਸੋਚਦੇ ਹਨ, ਸਿਲੈਕਟ ਕਰਦੇ ਹਨ, ਲੈਂਦੇ ਹਨ, ਫਿਰ ਨਕਸ਼ੇ ਬਣਾਉਂਦੇ ਹਨ, ਫਿਰ ਪਾਸ ਕਰਦੇ ਹਨ। ਫਿਰ ਕਿੰਨਾ ਸਮਾਂ ਲੱਗਦਾ ਹੈ ਬਣਾਉਣ 'ਤੇ। ਵਿਚਾਰ ਕਰਦੇ ਰਹਿੰਦੇ ਹਨ ਕਿਵੇਂ ਬਣਾਉਣੀ ਹੈ, ਕਿੱਦਾਂ ਬਣਾਉਣਾ ਹੈ। ਦੇਖੋ ਤੁਸੀਂ, ਬਾਹਰ ਦੇ ਘਰ ਵਾਸਤੇ ਵਿਚਾਰ ਕਰਨਾ ਪੈਂਦਾ, ਸੋਚਣਾ ਪੈਂਦਾ। ਉਹ ਵਿਚਾਰ ਤੋਂ ਬਿਨਾਂ ਨਹੀਂ ਬਣਦਾ। ਪਰ ਅੰਦਰਲੇ ਘਰ ਵਾਸਤੇ ਕੋਈ ਵਿਚਾਰ ਕਰਨ ਦੀ ਲੋੜ ਥੋੜ੍ਹੀ। ਉਹ ਤਾਂ ਬਣਿਆ ਬਣਾਇਆ ਹੀ ਹੈ। ਉਹ ਤਾਂ ਕਦੀ ਮਿਟਦਾ ਹੀ ਨਹੀਂ ਘਰ। ਉਹ ਇਹੋ ਜਿਹੇ ਧਾਤੂ ਦਾ ਬਣਿਆ ਹੋਇਆ ਹੈ, ਕਦੇ ਵੀ ਨਾਸ਼ ਨਹੀਂ ਹੁੰਦਾ। ਉਹ ਮਿਟਦਾ ਹੀ ਨਹੀਂ। ਤਾਂ ਉਸ ਘਰ ਵਾਸਤੇ ਤੁਹਾਨੂੰ ਵਿਚਾਰ ਕਰਨ ਦੀ ਥੋੜ੍ਹੀ ਲੋੜ ਨਾ। ਉਹ ਘਰ ਜਾਣ ਵਾਸਤੇ ਵਿਚਾਰ ਕਰਨ ਦੀ ਲੋੜ ਹੈ, ਕਿਉਂਕਿ ਉਹ ਦੂਰ ਨਹੀਂ ਹੈ। ਬਾਹਰ ਦੇ ਘਰ ਜਾਣ ਵਾਸਤੇ ਵਿਚਾਰ ਕਰਨ ਦੀ ਲੋੜ ਹੈ, ਕਿਉਂਕਿ ਦੂਰ ਹੈ। ਤੁਸੀਂ ਸੋਚੋਗੇ ਕਿਵੇਂ ਜਾਈਏ, ਪੈਦਲ ਜਾਈਏ ਜਾਂ ਮੋਟਰ ਗੱਡੀ 'ਤੇ ਜਾਈਏ। ਅੰਦਰ ਨੂੰ ਜਾਣ ਵਾਸਤੇ ਸੋਚਣ ਦੀ ਲੋੜ ਹੀ ਨਹੀਂ, ਕਿਉਂਕਿ ਉਹ ਦੂਰ ਹੈ ਹੀ ਨਹੀਂ। ਤੇ ਬਾਹਰ ਦੇ ਘਰਾਂ ਵਾਸਤੇ ਸੋਚਣ ਦੀ ਲੋੜ ਹੈ, ਵਿਚਾਰਨ ਦੀ ਲੋੜ ਹੈ। ਜਿਹੜਾ ਤੁਹਾਡਾ ਅੰਦਰ ਘਰ ਹੈ ਨਾ, ਉਧਰ ਨੂੰ ਜਾਣ ਵਾਸਤੇ ਵਿਚਾਰ ਦੀ ਥੋੜ੍ਹੀ ਲੋੜ ਹੈ। ਇਸੇ ਕਰਕੇ ਕਹਿੰਦੇ ਨੇ ਵਿਚਾਰ ਨੂੰ ਛੱਡਣਾ ਹੈ, ਵਿਚਾਰਧਾਰਾ ਤੋਂ ਮੁਕਤ ਹੋਣਾ ਹੈ। ਬਹੁਤੇ ਵਿਚਾਰਾਂ ਦੀ ਜਾਲ 'ਚ ਨਾ ਪਾਓ। ਖਿਆਲ ਰੱਖੋ, ਅਗਰ ਤੁਸੀਂ ਵਾਸਤਵਿਕ ਦੇ ਵਿੱਚ ਲਾਹਾ ਲੈਣਾ ਹੈ ਨਾ, ਤੇ ਬਹੁਤੀ ਵਿਚਾਰਧਾਰਾ 'ਚ ਨਾ ਖੋ। ਸੋਚੋ ਨਾ ਜ਼ਿਆਦਾ, ਸਮਝੋ ਜ਼ਿਆਦਾ। ਤੇ ਜੋ ਸਮਝ ਵਿੱਚ ਆਇਆ ਹੈ ਨਾ, ਉਹਨੂੰ ਜੀਵਨ 'ਚ ਢਾਲ ਲਓ। ਅਗਰ ਇਹ ਗੱਲ ਤੁਹਾਨੂੰ ਸਮਝ ਵਿੱਚ ਆਈ ਹੈ ਨਾ ਵੀ ਚਿੰਤਾ ਨਹੀਂ ਕਰਨ ਨੂੰ ਕਿਹਾ ਹੈ ਬਾਬੇ ਨਾਨਕ ਨੇ, ਚਲੋ ਉਹਨਾਂ ਦੀ ਹੀ ਸੁਣੋ, ਤੁਸੀਂ ਮੇਰੀ ਨਾ ਸੁਣੋ। ਉਹਨਾਂ ਦਾ ਉਪਦੇਸ਼ਾਂ ਦਾ ਇਸੇ ਕਰਕੇ ਹੀ ਮੈਂ ਉਪਯੋਗ ਕਰਦਾ ਹਾਂ। ਤੁਸੀਂ ਉਹਨਾਂ ਨਾਲ ਜ਼ਿਆਦਾ ਜੁੜੇ ਹੋਏ ਹੋ, ਉਹਨਾਂ ਤੋਂ ਪ੍ਰਭਾਵਿਤ ਹੁੰਦੇ ਹੋ। ਚਲੋ ਕੋਈ ਗੱਲ ਨਹੀਂ, ਭਲਾ ਹੀ ਹੈ, ਉਹਨਾਂ ਦੀ ਸੁਣੋ। ਪਰ ਸਮਝੋ, ਇਹ ਵਿਚਾਰ ਦੇ ਤਲ ਤੇ ਨਹੀਂ, ਸਮਝ ਦੇ ਤਲ ਤੇ ਸਮਝੋ। ਜੋ ਗਹਿਰਾਈ ਦੇ ਤਲ ਤੇ ਤੁਹਾਨੂੰ ਪਕੜ ਵਿੱਚ ਆਇਆ ਹੈ, ਵਾਸਤਵਿਕ ਦੇ ਵਿੱਚ ਬੜਾ ਪਿਆਰਾ ਉਪਦੇਸ਼ ਹੈ, ਤੇ ਜੀਵਨ 'ਚ ਢਾਲੋ। ਬਸ ਚਿੰਤਾ ਛੱਡ ਦਿਓ, ਆਪਣੀ ਵੀ, ਦੂਸਰਿਆਂ ਦੀ ਵੀ, ਪਰਾਇਆਂ ਦੀ ਵੀ, ਸਾਰਿਆਂ ਦੀ ਟੋਟਲ ਚਿੰਤਾ ਛੱਡੋ। ਜੋ ਸਭ ਕੁਛ ਰੱਬ ਕਰ ਹੀ ਰਿਹਾ ਹੈ, ਤਾਂ ਉਹਨੂੰ ਹੀ ਕਰਨ ਦਿਓ। ਤੁਸੀਂ ਹਟ ਜਾਓ। ਤੁਸੀਂ ਹਟ ਜਾਓਗੇ ਨਾ, ਸਗੋਂ ਵਧੀਆ ਕਰਦਾ ਹੈ। ਦਰਅਸਲ ਜਦੋਂ ਤੁਸੀਂ ਹਟ ਜਾਂਦੇ ਹੋ ਨਾ ਪਿੱਛੇ, ਪਰਮਾਤਮਾ ਤੇ ਛੱਡ ਦਿੰਦੇ ਹੋ, ਫਿਰ ਵਧੀਆ ਹੁੰਦਾ ਹੈ। ਕਿਉਂਕਿ ਤੁਸੀਂ ਗਲਤ ਕਰਦੇ ਹੋ, ਤੁਹਾਡੀ ਸੋਚ ਸੀਮਤ ਹੈ, ਤੁਸੀਂ ਆਪਣਾ ਆਪਣਾ ਸੋਚ ਕੇ ਕਰਦੇ ਹੋ। ਛੋਟੀ ਬੁੱਧੀ ਹੈ, ਛੋਟੀ ਸੋਚ ਹੈ, ਖੂਹ ਦੇ ਡੱਡੂ ਵਰਗੀ, ਆਪਣੇ ਆਪਣੇ ਬਾਰੇ ਸੋਚਦੇ। ਤਾਂ ਉਹ ਸਾਰਿਆਂ ਦੇ ਲਈ ਸੋਚਦਾ ਹੈ, ਸੋਚਦਾ ਨਹੀਂ ਹੈ, ਉਹ ਕਰਦਾ ਹੈ। ਉਹਨੂੰ ਸੋਚਣ ਦੀ ਲੋੜ ਨਹੀਂ। ਉਹ ਸ਼ਾਸ਼ਵਤ ਹੈ, ਸ਼ਾਸ਼ਵਤ ਦੇ ਵਿੱਚ ਸਭ ਕੁਛ ਹੋ ਰਿਹਾ ਹੈ। ਤੇ ਤੁਸੀਂ ਵੀ ਸ਼ਾਸ਼ਵਤ ਦੇ ਵਿੱਚ ਹੌਲੀ ਹੌਲੀ ਆਉਣ ਲੱਗ ਸਕਦੇ ਹੋ, ਅਗਰ ਸੋਚੋ ਨਾ ਤਾਂ, ਵਿਚਾਰੋ ਨਾ। ਤੇ ਸੋਚ ਵਿਚਾਰ ਨੂੰ ਜੋ ਮੈਂ ਬੋਲ ਵੀ ਰਿਹਾ ਹਾਂ, ਇਸ ਕਰਕੇ ਥੋੜ੍ਹੀ ਬੋਲ ਰਿਹਾ ਹਾਂ ਵੀ ਤੁਸੀਂ ਸੋਚੀ ਜਾਓ, ਵਿਚਾਰੀ ਜਾਓ। ਮੈਂ ਵੀ ਕੋਈ ਪੜ੍ਹਦਾ ਥੋੜ੍ਹੀ ਹਾਂ, ਬਹੁਤਾ ਸੁਣਦਾ ਥੋੜ੍ਹੀ। ਮੇਰੇ ਕੋਲ ਜਿਹੜੇ ਰਹਿ ਚੁੱਕੇ ਹਨ ਉਹਨਾਂ ਨੂੰ ਪਤਾ ਹੀ ਹੈ। ਆਹ ਸ਼ਬਦ ਜਿੰਨੇ ਵੀ ਪੁਰਾਣੇ ਖਿਆਲ ਵਿੱਚ ਹਨ, ਉਹਨਾਂ ਦੁਆਰਾ ਹੀ ਮੈਂ ਕੰਮ ਚਲਾਈ ਜਾਂਦਾ, ਉਹ ਦੁਹਰਾਈ ਜਾਂਦਾ ਕਿ ਤੁਹਾਨੂੰ ਗੱਲ ਸਮਝ ਵਿੱਚ ਆ ਜਾਵੇ। ਸ਼ਬਦ ਤੇ ਉਹੋ ਹੀ ਹਨ, ਕਿ ਸ਼ਾਇਦ ਕੋਈ ਨਾ ਕੋਈ ਸਮਝ ਜਾਵੇ ਵੀ ਕਿਵੇਂ ਮੁਕਤ ਹੋਣਾ ਹੈ, ਤੇ ਮੁਕਤ ਹੋ ਕੇ ਕੈਸਾ ਜੀਵਨ ਹੁੰਦਾ ਹੈ। ਇਹ ਤੁਸੀਂ ਉਦੋਂ ਹੀ ਜਾਣੋਗੇ ਜਦੋਂ ਤੁਸੀਂ ਵੀ ਮੁਕਤ ਹੋ ਜਾਓਗੇ। ਤੇ ਖਿਆਲ ਵਿੱਚ ਰੱਖੋ, ਫੇਰ ਵਾਰ-ਵਾਰ ਮੈਂ ਕਹਿਣਾ,
ਦਿੱਤੇ ਉਪਦੇਸ਼ਾਂ ਨੂੰ ਸਿਰਫ ਵਿਚਾਰਾਂ ਦੇ ਤਲ ਤੇ ਸਮਝਿਆ ਹੋਇਆ ਨਾ ਸਮਝਿਆ ਕਰੋ। ਆਪਣੇ ਜੀਵਨ 'ਚ ਢਾਲਣਾ ਹੈ। ਤੇ ਜਿਹੜਾ ਵੀ ਉਪਦੇਸ਼ ਪਿਆਰਾ ਲੱਗੇ ਨਾ, ਭਾਵੇਂ ਇੱਕੋ ਹੀ ਨੂੰ ਫੜ ਲਓ, ਬਹੁਤਿਆਂ ਨੂੰ ਨਾ ਫੜੋ। ਸੁਣੀ ਜਾਓ ਧੀਰੇ ਧੀਰੇ, ਪਰ ਵਿਚਾਰ ਦੇ ਤਲ ਤੇ ਨਾ ਜ਼ਿਆਦਾ ਉਲਝੋ। ਮੈਂ ਵੀ ਇੱਕੋ ਹੀ ਗੱਲ ਕਹਿ ਰਿਹਾ ਹਾਂ, ਬਹੁਤੇ ਸ਼ਬਦ ਵਰਤ ਰਿਹਾ ਹਾਂ, ਗੱਲ ਤੇ ਇੱਕੋ ਹੀ ਕਹਿ ਰਿਹਾ ਹਾਂ ਕਿ ਸੰਸਾਰ ਵੱਲੋਂ ਧਿਆਨ ਹਟਾਓ, ਜਾਂ ਕਹਿ ਰਿਹਾ ਹਾਂ ਕਿ ਵਿਚਾਰ ਨਾ ਕਰੋ ਸੰਸਾਰ ਦਾ। ਗੱਲ ਤੇ ਉਹ ਹੀ ਹੈ ਨਾ। ਬਹੁਤੇ ਪੱਖਾਂ ਤੋਂ ਕਹਿ ਰਿਹਾ ਹਾਂ, ਤੇ ਕਹਿ ਤੇ ਇੱਕੋ ਹੀ ਗੱਲ ਰਿਹਾ ਕਿ ਤੁਹਾਡਾ ਧਿਆਨ ਹਟੇ ਝੂਠ ਵੱਲ, ਤੁਸੀਂ ਸੱਤ ਵੱਲ ਨੂੰ ਆਓ। ਝੂਠੇ ਘਰਾਂ ਤੋਂ ਧਿਆਨ ਹਟੇ, ਆਪਣੇ ਘਰ ਆਓ। ਜਿਸ ਘਰ ਤੂੰ ਰਹਿਣਾ ਬਸਣਾ, ਸੋ ਕਰਦੇ ਹੋ ਵਿਸਾਰ। ਜਿੱਥੇ ਤੁਸੀਂ ਸਦਾ ਹੀ ਰਹਿਣਾ ਹੈ, ਉਹ ਤੁਸੀਂ ਵਿਸਾਰ ਦਿੱਤਾ। ਜਿੱਥੇ ਆ 4 ਦਿਨ ਰਹਿਣਾ ਹੈ, ਉਹਨਾਂ ਦੀ ਵਿਚਾਰ ਕਰੀ ਜਾਂਦੇ ਹੋ, ਉਹਨਾਂ ਨੂੰ ਪੱਕੇ ਪੱਕੇ ਬਣਾਈ ਜਾਂਦੇ ਹੋ। ਕਿੰਨਾ ਮਜ਼ਬੂਤ ਬਣਾਉਂਦੇ ਹੋ। ਕਿੰਨੇ ਕੁ ਦਿਨ ਰਹਿਣਾ, ਤਾਂ ਉਹਨਾਂ ਬਾਰੇ ਹੀ ਸੋਚੀ ਜਾਂਦੇ ਹੋ। ਉਹਨਾਂ ਘਰਾਂ ਬਾਰੇ ਸੋਚੀ ਜਾਂਦੇ, ਉਹਨਾਂ ਪਰਿਵਾਰਾਂ ਬਾਰੇ ਸੋਚੀ ਜਾਂਦੇ ਜਿੱਥੇ 4 ਦਿਨ ਰਹਿਣਾ। 4 ਦਿਨਾਂ ਦਾ ਮੇਲਾ ਛੱਡ ਕੇ ਜਾਣਾ ਹੈ, ਤੇ ਸੋਚੋ ਨਾ। ਜਿੱਥੇ 4 ਦਿਨ ਰਹਿਣਾ ਹੈ, ਮੇਲਾ ਦੇਖ ਲਓ। ਹੁਣ ਮੇਲੇ 'ਚ ਤੁਸੀਂ ਆਏ ਹੋ, ਜਿਵੇਂ ਕੋਈ ਸਰਾਂ 'ਚ ਰਹਿ ਰਿਹਾ ਹੋਵੇ ਤੇ ਮੇਲਾ ਦੇਖ ਰਿਹਾ ਹੋਵੇ, ਤੇ ਸੋਚਣ ਦੀ ਥੋੜ੍ਹੀ ਲੋੜ ਹੈ। ਮੇਲਾ ਦੇਖੋ, 4 ਦਿਨ ਰਹੋ ਸਰਾਂ ਦੇ ਵਿੱਚ, ਫਿਰ ਆਪਣੇ ਘਰ ਜਾਣਾ ਹੈ। ਇੱਦਾਂ ਹੀ ਸਰਾਵਾਂ ਹਨ, ਮੇਲਾ ਹੈ। ਇਹੋ ਕਿਹਾ ਹੈ, ਇਹ ਸ਼ਹਿਰ ਮੇਲਾ ਹੈ, ਦਸਤਗਿਰੀ ਨਾ ਹੈ। ਕਬੀਰ ਜੀ ਕਹਿੰਦੇ ਫੜਨ ਵਾਲੀ ਚੀਜ਼ ਥੋੜ੍ਹੀ ਹੈ, ਵਿਚਾਰ ਕਰਨ ਵਾਲੀ ਥੋੜ੍ਹੀ, ਸੋਚਣ ਵਾਲੀ ਥੋੜ੍ਹੀ। ਮੇਲਾ ਦੇਖਣਾ, ਇਸ ਕਰਕੇ ਮੇਲਾ ਦੇਖਣ ਨੂੰ ਕਿਹਾ ਹੈ। ਦੇਖੋ, ਕਿਸੇ ਨੇ ਕਿਹਾ ਮੇਲੇ ਨੂੰ ਵਿਚਾਰਨਾ ਹੈ, ਸੋਚਣਾ ਹੈ, ਨਹੀਂ। ਕਹਿੰਦੇ ਦੇਖੋ, ਮੇਲਾ ਗੇਲਾ ਕਰੋ, ਦੇਖੋ, ਦੇਖ ਕੇ ਬਸ ਆ ਜਾਓ। ਸੋਚੋ ਨਾ, ਮੇਲੇ ਨੂੰ ਸੋਚਣਾ ਕੀ। ਤੇ ਮੇਲਾ ਗੇਲਾ ਦੇਖੋ ਬਾਹਰ, ਪਰ ਸੋਚੋ ਨਾ। ਸੋਚ ਵਿਚਾਰ ਤੋਂ ਮੁਕਤ ਹੋਣਾ ਹੈ, ਖਿਆਲ ਵਿੱਚ ਰੱਖੋ। ਤੇ ਮੁਕਤ ਹੋਣ ਵਾਸਤੇ ਕਿਹਾ ਵੀ ਚਿੰਤਾ ਨਾ ਕਰੋ, ਮੇਲਾ ਚੱਲਦਾ ਰਹਿਣਾ ਹੈ। ਇਹ ਸਦੀਆਂ ਤੋਂ ਚੱਲ ਰਿਹਾ ਹੈ, ਪਰਮਾਤਮਾ ਦਾ ਤਮਾਸ਼ਾ, ਖੇਲ। ਇਹ ਤੁਹਾਡੇ ਸੋਚਣ 'ਤੇ ਨਿਰਭਰ ਨਹੀਂ ਹੈ। ਤੁਸੀਂ ਨਾ ਰਹੋਗੇ ਤਾਂ ਵੀ ਚੱਲਦਾ ਹੀ ਰਹਿਣਾ ਹੈ। ਤੁਸੀਂ ਨਹੀਂ ਸੀ ਉਦੋਂ ਵੀ ਚੱਲ ਹੀ ਰਿਹਾ ਸੀ। ਤੁਹਾਡੇ ਨਾ ਹੋਣ ਦੇ ਨਾਲ ਇਹ ਖੇਲ ਖਤਮ ਥੋੜ੍ਹੀ ਹੋ ਜਾਂਦਾ। ਮੇਲਾ ਚੱਲਦਾ ਰਹਿਣਾ, ਆਉਂਦੇ ਜਾਂਦੇ ਹਨ ਲੋਕ, ਜਾਂਦੇ ਰਹਿੰਦੇ, ਆਵਾਜਾਈ ਚੱਲ ਰਹੀ। ਆਵਨ ਜਾਵਨ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਇਹ ਖੇਲ ਉਹਨੇ ਬਣਾਇਆ ਹੋਇਆ, ਤਾਂ ਮਾਇਆ ਨੂੰ ਆਗਿਆ ਦੇ ਵਿੱਚ ਰੱਖਿਆ ਹੋਇਆ ਹੈ ਵੀ ਖੇਲ ਦੇ ਵਿੱਚ ਇਹਨਾਂ ਨੂੰ ਖਿਲਾਈ ਜਾ। ਤੇ ਖੇਡ ਰਹੇ ਹਨ ਦਿਵਸ ਰਾਤ ਦੋਹਿ ਦਾਈ ਦਇਆ, ਖੇਲੇ ਸਗਲ ਜਗਤ। ਦਿਨ ਰਾਤ ਖਡਾਵੀ ਖਡਾਵਾ, ਇਹਦੇ ਵਿੱਚ ਸਾਰਾ ਸੰਸਾਰ ਖੇਲ ਰਿਹਾ। ਪਰ ਖੇਲ 'ਚ ਉਲਝੋ ਨਾ, ਖੇਲ 'ਚ ਖੇਲ ਲਓ, ਖੇਲ ਤੋਂ ਬਾਹਰ ਆ ਜਾਓ। ਤੇ ਬਾਹਰ ਆਣ ਕੇ ਇਸ ਖੇਲ ਨੂੰ ਦੇਖੋ, ਤੇ ਤੁਹਾਨੂੰ ਪਤਾ ਲੱਗੂਗਾ। ਖੇਲ ਬੜਾ ਪਿਆਰਾ ਹੈ ਵੈਸੇ, ਬਾਹਰ ਆਣ ਕੇ ਦੇਖੋਗੇ ਬੜਾ ਆਨੰਦ ਆਉਂਦਾ। ਬਾਹਰ ਬੈਠ ਕੇ ਦੇਖੇ ਖੇਲ, ਜਿਹੜੇ ਹੁਣ ਖੇਲ ਰਹੇ ਹਨ ਉਹ ਤਾਂ ਸਗੋਂ ਹੁਣ ਸੱਟਾਂ ਵੀ ਲੱਗਦੀਆਂ, ਖੇਲਦਿਆਂ ਨੂੰ ਦੁਖੀ ਵੀ ਹੁੰਦੇ, ਭੱਜਦੇ ਦੌੜਦੇ। ਤੁਸੀਂ ਦੇਖਿਆ ਇਹ ਖੇਲ ਰਹੇ ਹਨ ਜਿਹੜੇ ਖਿਡਾਰੀ, ਕਿੰਨੇ ਔਖੇ ਹੁੰਦੇ। ਹੁਣ ਜਿਹੜਾ ਬਾਹਰ ਬੈਠ ਕੇ ਉੱਪਰ ਚੁਬਾਰੇ 'ਚ ਖਿੜਕੀ ਖੋਲ ਕੇ ਦੇਖ ਰਿਹਾ ਹੈ ਨਜ਼ਾਰੇ ਨਾਲ, ਉਹ ਖੇਲ ਦਾ ਮਜ਼ਾ ਵੀ ਲੈ ਲੈਂਦਾ ਹੈ। ਤੇ ਖੇਲ ਤੋਂ ਬਾਹਰ ਵੀ ਦੇਖੋ, ਐਸੇ ਹਨ ਉਹਦੇ ਪਿਆਰੇ। ਦੇਖਣ ਆਇਓ ਜਗਤ ਤਮਾਸ਼ਾ, ਮੈਂ ਹੂੰ ਪਰਮ ਪੁਰਖ ਕੋ ਦਾਸਾ। ਉਹਦੇ ਦਾਸ ਹਨ, ਉਹਦੀ ਗੋਦੀ ਦੇ ਵਿੱਚ ਬੈਠ ਕੇ ਖੇਲ ਦੇਖਦੇ ਹਨ। ਉਹਦਾ ਰਚਿਆ ਹੋਇਆ, ਉਹਦੇ ਥਰੂ ਤੇ ਖੇਲ ਦਾ ਆਨੰਦ ਲੈਂਦੇ ਹਨ। ਤਮਾਸ਼ਾ ਚੱਲ ਰਿਹਾ, ਤੇ ਮੈਂ ਕਹਿੰਦਾ ਹਾਂ ਆਓ ਆਪਾਂ ਸਾਰੇ ਹੀ ਉਹਦੀ ਗੋਦੀ 'ਚ ਬੈਠ ਸਕਦੇ। ਗੋਦੀ ਬਹੁਤ ਬੜੀ ਹੈ ਉਹਦੀ, ਤੇ ਫਿਕਰ ਨਾ ਕਰੋ। ਤੇ ਆਓ
ਮੇਰੇ ਨਾਲ ਬੈਠ ਕੇ ਉਹਦਾ ਖੇਲ ਖੇਲੋ। ਦੇਖੋ ਖੇਡਦੇ ਹੋਏ